Way to go, the complete immigration solution ਦੇ ਵਿੱਚ ਸਵਾਗਤ ਹੈ। ਸਭ ਤੋਂ ਜ਼ਿਆਦਾ ਹੈਡਲਾਈਨਸ ਜਿਹੜੀ ਗੱਲ ਬਣੀ ਹੋਈ ਹੈ ਉਹ ਹੈ PWP PGP ਜੇ ਕਹਿ ਦਈਏ ਤਾਂ PGP ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਜਿਹੜੀ ਕਿ ਸਰਕਾਰ ਨੇ ਪਿਛਲੇ ਸਾਲ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਲਈਆਂ ਸੀ ਉਹਨਾਂ ਵਿੱਚੋਂ ਹੀ ਦੁਬਾਰਾ ਡਰਾ ਕੱਢਿਆ ਜਾਏਗਾ। ਪੂਰੀ ਸਾਨੂੰ ਡੀਟੇਲ ਦੱਸੋ ਕਿ ਕੀ ਹੈ ਆਖਿਰ ਪ੍ਰੋਗਰਾਮ, ਕੀ ਨਵੇਂ ਲੋਕ ਅਪਲਾਈ ਕਰ ਸਕਦੇ ਆ ਜਾਂ ਪੁਰਾਣੇ ਹੀ ਇਸ ਆਸਤੇ ਰਹਿਣ ਕਿ ਸਾਡਾ ਨੰਬਰ ਆ ਸਕਦਾ ਹੈ। तो लोग इनकम अपनी मेंटेन करके बैठे सी, हुण वो सोच रहे सी अप्लाई करना। ज़्यादा है पोलिटिकल मोटिवेटेड डिसीजन है, अनफेयर भी है क्योंकि जे पूल दे विच इनवाइट करना सी ਤਾਂ ਇੱਕ ਤਰੀਕਾ ਬਣਿਆ ਹੋਇਆ ਵੀ ਜਿਹੜੇ ਵੀ ਅੱਜ ਵੀ ਕੁਆਲੀਫਾਈ ਕਰਦੇ ਨੇ ਉਹਨਾਂ ਨੂੰ ਵੀ 2021 ਦੇ ਵਿੱਚ ਵੀ ਚਾਂਸ ਦਿਓ ਵੀ ਉਹ ਪੂਲ ਦੇ ਵਿੱਚ ਪਾਰਟਿਸਿਪੇਟ ਕਰਨ। ਪਰ ਜੇ ਹੁਣ ਕਿਸੇ ਦਾ ਨੰਬਰ ਆ ਜਾਂਦਾ, ਮੰਨ ਲਓ ਸੈਪਟੰਬਰ ਦੇ ਵਿੱਚ ਆ ਜਾਂਦਾ ਆ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਜਿਹੜੀ ਸਬਮਿਟ ਕਰਨ ਦੇ ਲਈ, ਫਾਈਲ ਸਬਮਿਟ ਕਰਨ ਦੇ ਲਈ ਕਿੰਨਾ ਕੁ ਟਾਈਮ ਉਹਨਾਂ ਦੇ ਕੋਲ ਹੋਊਗਾ? ਸਾਰੇ ਲੋਕ ਟੈਕਸ ਪੇਅਰ ਹੈਗੇ, ਉਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਟੈਕਸ ਪੇ ਕਰਦੇ ਹਾਂ, ਅਸੀਂ ਇੱਥੇ ਰਹਿੰਦੇ ਹਾਂ ਤੇ ਸਾਡੀਆਂ ਫੈਮਲੀਜ਼ ਵੀ ਇੱਥੇ ਆਉਣ, ਪਰ ਹੁਣ ਉਹਨਾਂ ਦੀਆਂ ਜਿਵੇਂ ਆਸਾਂ ਤੇ ਪਾਣੀ ਤਾਂ ਫਿਰ ਗਿਆ ਹੈ, ਪਰ ਉਹਨਾਂ ਦੇ ਲਈ ਕੋਈ ਹੋਰ ਰਾਹ ਹੈਗਾ ਕਿ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਆ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਸਕਦੇ ਆ? ਸੋ ਪ੍ਰੋਸੈਸ ਤਾਂ ਹੈਗਾ ਪਰ ਉਹ ਅਫੋਰਡੇਬਿਲਿਟੀ ਤੋਂ ਬਾਹਰ ਹੋ ਜਾਂਦਾ, ਸੋ ਇਸੇ ਕਰਕੇ ਕਈ ਵਾਰ ਜਨਰਲ ਵਿਜ਼ਿਟਰ ਵੀਜ਼ਾ ਲੋਕ ਅਪਲਾਈ ਕਰਦੇ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲਿਊਸ਼ਨ ਦੇ ਵਿੱਚ ਸਵਾਗਤ ਹੈ। ਇਮੀਗ੍ਰੇਸ਼ਨ ਦੇ ਸੰਬੰਧੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਕਿਹੜੇ ਨਵੇਂ ਰੂਲਸ ਆਏ ਨੇ, ਕਿਹੜੀਆਂ ਐਪਲੀਕੇਸ਼ਨਸ ਨਵੀਆਂ ਖੁੱਲੀਆਂ ਨੇ, ਕਿਹੜੀਆਂ ਬੰਦ ਹੋਈਆਂ ਨੇ, ਕਿਉਂਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਨਵੀਆਂ ਆਉਂਦੀਆਂ ਰਹਿੰਦੀਆਂ ਨੇ। ਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ CWC ਇਮੀਗ੍ਰੇਸ਼ਨ ਤੋਂ ਮਿਸਟਰ ਅਮਨ ਖੇੜਾ। ਆ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਖੇੜਾ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਅਰਸ਼, ਔਰ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਅਰਸ਼। ਬਿਲਕੁਲ, ਤੇ ਤੁਸੀਂ ਹਮੇਸ਼ਾ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਆ, ਤੁਹਾਨੂੰ ਇੱਕ ਵਾਰ ਫਿਰ ਤੋਂ ਥੈਂਕਸ ਕਹਿੰਦੇ ਆ। ਤੇ ਅੱਜ ਜਿਵੇਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਹੈਡਲਾਈਨਸ ਜਿਹੜੀ ਗੱਲ ਬਣੀ ਹੋਈ ਹੈ ਉਹ ਹੈ PGP ਜੇ ਕਹਿ ਦਈਏ ਤਾਂ PGP ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਸਰੀ ਦੇ ਵਿੱਚ ਅਨਾਉਂਸ ਹੋਇਆ ਹੈ, ਪਰ ਹਜੇ ਕਨਫਿਊਜ਼ਨ ਜਿਹੜੀ ਚੱਲ ਰਹੀ ਹੈ ਕਿ ਨਵੀਆਂ ਐਪਲੀਕੇਸ਼ਨਸ 20 ਸਤੰਬਰ ਨੂੰ ਲਾਉਣੀਆਂ ਜਾਂ ਫਿਰ ਪੁਰਾਣੀਆਂ ਐਪਲੀਕੇਸ਼ਨ ਤੋਂ ਹੀ ਸਿਲੈਕਟ ਕਰਨੀਆਂ। ਸੋ ਕਦੇ 30,000 ਦੀ ਗੱਲ ਆ ਜਾਂਦੀ ਹੈ, ਕਦੇ 40,000 ਦੀ, ਕਦੇ ਇਹ ਕਿਹਾ ਜਾਂਦਾ ਕਿ ਸ਼ਾਇਦ 10,000 ਐਪਲੀਕੇਸ਼ਨਸ ਪੁਰਾਣੀਆਂ ਲੈਣੀਆਂ, 30 ਨਵੀਆਂ ਹੋਣਗੀਆਂ। ਸੋ ਪੂਰੀ ਸਾਨੂੰ ਡੀਟੇਲ ਦੱਸੋ ਕਿ ਕੀ ਹੈ ਆਖਿਰ ਪ੍ਰੋਗਰਾਮ, ਕੀ ਨਵੇਂ ਲੋਕ ਅਪਲਾਈ ਕਰ ਸਕਦੇ ਆ ਜਾਂ ਪੁਰਾਣੇ ਹੀ ਇਸ ਆਸਤੇ ਰਹਿਣ ਕਿ ਸਾਡਾ ਨੰਬਰ ਆ ਸਕਦਾ ਹੈ? ਨਹੀਂ ਜੀ, ਜਿਵੇਂ ਟ੍ਰੈਡੀਸ਼ਨਲੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਵੀ ਬਿਗਨਿੰਗ ਆਫ ਦ ਈਅਰ ਐਪਲੀਕੇਸ਼ਨਸ ਕਾਲ ਇਨ ਕੀਤੀਆਂ ਜਾਂਦੀਆਂ ਸੀ, ਸਪੈਸ਼ਲੀ ਪੇਰੈਂਟ ਗ੍ਰੈਂਡ ਪੇਰੈਂਟਸ ਦੀਆਂ, ਔਰ ਇੱਕ ਸਰਟਨ ਕੈਪ ਰੱਖਿਆ ਜਾਂਦਾ ਸੀ ਵੀ ਕਿੰਨੇ ਨੰਬਰ ਆਫ ਐਪਲੀਕੇਸ਼ਨ ਸਿਲੈਕਟ ਕਰਨੀ ਆਊਟ ਆਫ ਦ ਪੂਲ। ਉਹਨੂੰ ਲੋਟਰੀ ਸਿਸਟਮ ਵੀ ਕਿਹਾ ਜਾਂਦਾ ਬਿਕੋਜ਼ ਉਹ ਚੈਰੀ ਪਿਕ ਕੀਤੀ ਜਾਂਦੀ ਐਪਲੀਕੇਸ਼ਨ। ਨਾਓ ਇਸ ਵਾਰ ਸਰਕਾਰ ਨੇ ਕੀ ਯੂਨੀਕ ਕੀਤਾ ਹੈਗਾ ਜਿਹੜਾ ਪੁਰਾਣੇ ਸਮੇਂ 'ਚ ਨਹੀਂ ਹੁੰਦਾ ਸੀ ਤੇ ਹੁਣ ਉਹਨਾਂ ਨੇ ਕੀਤਾ। ਇੱਕ ਤਾਂ ਜਦੋਂ ਲਾਸਟ ਈਅਰ ਬਿਕੋਜ਼ ਆਫ ਕੋਵਿਡ ਨਵੀਂ ਐਪਲੀਕੇਸ਼ਨ ਕੋਈ ਲਈ ਨਹੀਂ ਗਈ ਸੀ ਜਨਵਰੀ ਮਹੀਨੇ ਦੇ ਵਿੱਚ, ਸੋ ਸਰਕਾਰ ਨੇ ਜਿਹੜੀਆਂ ਐਪਲੀਕੇਸ਼ਨਸ ਕਾਲ ਕੀਤੀਆਂ ਸੀ ਉਹ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਇਹ ਐਪਲੀਕੇਸ਼ਨਾਂ ਲਈਆਂ ਗਈਆਂ ਸੀ, ਪੂਲ ਦੇ ਵਿੱਚ ਪਾਈਆਂ ਗਈਆਂ ਸੀ, ਜਿਹਦਾ ਕਿ ਡਰਾ ਸਰਕਾਰ ਨੇ ਅਗਲੇ ਸਾਲ ਜਿਹੜਾ 10,000 ਚੜ੍ਹਦੇ ਜਿਹੜਾ 2021 ਸੀ ਉਦੋਂ ਇਹ ਜਿਹੜੀ 10,000 ਐਪਲੀਕੇਸ਼ਨਸ ਦਾ ਡਰਾ ਜਿਹੜਾ ਸੀ ਕੱਢਿਆ ਸੀ। ਨਾਓ ਕਿਉਂਕਿ ਉਹ ਇਸੇ ਸਾਲ ਡਰਾ ਨਿਕਲਿਆ ਸੀ ਤੇ ਸਰਕਾਰ ਨੇ ਪਿਛਲੇ ਸਾਲ ਵੀ ਕਮਿਟ ਕੀਤਾ ਸੀ ਅਸੀਂ ਵੀ ਨਵੇਂ ਸਾਲ ਦੇ ਵਿੱਚ 30,000 ਐਪਲੀਕੇਸ਼ਨਸ ਜਿਹੜੀਆਂ ਨੇ ਹੋਰ ਸਿਲੈਕਟ ਕਰਾਂਗੇ। ਨਾਓ ਇੱਕ ਯੂਨੀਕ ਇਹਦੇ 'ਚ ਜਿਹੜਾ ਐਸਪੈਕਟ ਹੈ, ਜਿਵੇਂ ਜਿਹੜੀ ਅਨਾਊਂਸਮੈਂਟ ਹੋਈ ਆ ਉਹਦੇ ਬੇਸਿਸ 'ਤੇ ਤਾਂ ਇਹੀ ਅਨਾਊਂਸਮੈਂਟ ਹੋਈ ਆ ਵੀ ਜਿਹੜੀਆਂ ਐਪਲੀਕੇਸ਼ਨ ਐਗਜ਼ਿਸਟ ਕਰ ਰਹੀਆਂ ਨੇ ਪੂਲ ਦੇ ਵਿੱਚ, ਜਿਹੜੀ ਕਿ ਸਰਕਾਰ ਨੇ ਪਿਛਲੇ ਸਾਲ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਲਈਆਂ ਸੀ ਉਹਨਾਂ ਵਿੱਚੋਂ ਹੀ ਦੁਬਾਰਾ ਡਰਾ ਕੱਢਿਆ ਜਾਏਗਾ। ਜਿਵੇਂ 10,000 ਦਾ ਡਰਾ ਆਲਰੇਡੀ ਕੱਢ ਚੁੱਕੀ ਹੈ ਸਰਕਾਰ, ਸੋ ਸਤੰਬਰ ਦੇ ਵਿੱਚ ਦੁਬਾਰਾ ਫਿਰ ਡਰਾ ਕੱਢਣਗੇ। ਸੋ ਉਸ ਵਕਤ ਜਿਹੜੀਆਂ 30,000 ਐਪਲੀਕੇਸ਼ਨਾਂ ਐਗਜ਼ਿਸਟਿੰਗ ਡਰਾ ਦੇ ਵਿੱਚੋਂ ਹੀ ਨਿਕਲਣਗੀਆਂ, ਐਗਜ਼ਿਸਟਿੰਗ ਪੂਲ ਦੇ ਵਿੱਚੋਂ ਨਿਕਲਣਗੀਆਂ। ਨਾ ਇਹਦੇ 'ਚ ਜਿਹੜੇ ਇੰਡੀਵਿਜੂਅਲ ਡਿਸਐਡਵਾਂਟੇਜ ਨੇ ਉਹ ਹੈਗੇ ਵੀ ਜਿਹੜੇ ਸੋਚ ਰਹੇ ਸੀ ਵੀ ਅਸੀਂ ਲਾਸਟ 3 ਈਅਰ ਦੀ ਇਨਕਮ
ਪ੍ਰੋਸੀਡਿੰਗ ਫਰੋਮ ਜਦੋਂ ਵੀ ਉਹ ਐਪਲੀਕੇਸ਼ਨ ਕਰਨ ਜਾ ਰਹੇ ਨੇ, ਪੂਲ ਦੇ ਵਿੱਚ ਜਾਣਾ ਜਾ ਰਹੇ ਨੇ, ਤਾਂ ਉਹ ਕੁਆਲੀਫਾਈ ਕਰ ਜਾਣਗੇ। ਤਾਂ ਲੋਕ ਇਨਕਮ ਆਪਣੀ ਮੇਨਟੇਨ ਕਰਕੇ ਬੈਠੇ ਸੀ, ਹੁਣ ਉਹ ਸੋਚ ਰਹੇ ਸੀ ਅਪਲਾਈ ਕਰਨ ਨੂੰ, ਕਿਉਂਕਿ ਹਰ ਸਾਲ ਕਾਫੀ ਲਾਰਜ ਨੰਬਰ ਆਫ ਇੰਡੀਵਿਜੂਅਲਸ ਕੁਆਲੀਫਾਈ ਕਰ ਜਾਂਦੇ ਨੇ ਜਿਹੜੇ ਇਸ ਪ੍ਰੋਗਰਾਮ ਲਈ ਐਪਲੀਕੇਸ਼ਨ ਦਾਇਰ ਕਰ ਸਕਦੇ ਨੇ। ਬਟ ਇਸ ਸਾਲ ਸਰਕਾਰ ਨੇ ਜਿਹੜਾ ਓਪਨ ਕੀਤੀਆਂ ਨੇ ਉਹਨਾਂ ਲਈ ਕੀਤੀਆਂ ਨੇ, ਜਿਹੜਾ ਕਿ ਪੋਲੀਟੀਕਲ ਡਿਸੀਜਨ ਹੈ, ਪੋਲੀਟੀਕਲੀ ਮੋਟੀਵੇਟਿਡ ਡਿਸੀਜਨ ਹੈ, ਟੂ ਬੀ ਵੈਰੀ ਓਨੈਸਟ, ਕਿਉਂਕਿ ਉਹਨਾਂ 'ਚੋਂ ਬਹੁਤ ਇੰਡੀਵਿਜੂਅਲ ਇਹੋ ਜਿਹੇ ਨੇ ਜਿਹੜੇ ਸਿਟੀਜ਼ਨਸ਼ਿਪ ਲੈ ਚੁੱਕੇ ਨੇ। ਐਕਸਪੈਕਟ ਕਰਦੀ ਹੈ ਸਰਕਾਰ, ਕਿਉਂਕਿ 3 ਸਾਲਾਂ ਬਾਅਦ ਜਦੋਂ ਕੋਈ ਇਨਕਮ ਬਣਾ ਲੈਂਦਾ ਫਿਰ ਉਹ ਐਪਲੀਕੇਸ਼ਨ ਦਾਇਰ ਕਰਦਾ। ਤਾਂ ਜਨਰਲੀ ਇਹਨਾਂ 'ਚ ਮੋਸਟਲੀ ਜਿਹੜੇ ਪਾਰਟਿਸਿਪੈਂਟਸ ਨੇ ਪਿਛਲੇ ਪੂਲ ਦੇ ਵਿੱਚ ਉਹ ਮੈਜੋਰਿਟੀ ਸਿਟੀਜ਼ਨਸ ਹੀ ਨੇ। ਬਿਲਕੁਲ। ਸੋ ਕਿਉਂਕਿ ਉਹ ਮੈਜੋਰਿਟੀ ਸਿਟੀਜ਼ਨਸ ਨੇ, ਤਾਂ ਜੇ ਨਵੀਂ ਇਨਵਾਈਟ ਕਰਦੇ ਨੇ ਉਹ ਪਰਮਨੈਂਟ ਰੈਜ਼ੀਡੈਂਟਸ ਹੋਣਗੇ ਜ਼ਿਆਦਾ। ਸੋ ਜੇ ਉਹ ਪਰਮਨੈਂਟ ਰੈਜ਼ੀਡੈਂਟਸ ਨੂੰ ਤਾਂ ਕੋਈ ਬੈਨੀਫਿਟ ਨਹੀਂ ਹੈਗਾ ਸਰਕਾਰ ਨੂੰ ਖੁਸ਼ ਕਰਕੇ। ਸੋ ਜ਼ਿਆਦਾ ਇਹ ਪੋਲੀਟੀਕਲ ਮੋਟੀਵੇਟਿਡ ਡਿਸੀਜਨ ਹੈ, ਅਨਫੇਅਰ ਵੀ ਹੈ, ਕਿਉਂਕਿ ਜੇ ਪੂਲ ਦੇ ਵਿੱਚ ਇਨਵਾਈਟ ਕਰਨਾ ਸੀ ਤਾਂ ਇੱਕ ਤਰੀਕਾ ਬਣਿਆ ਹੋਇਆ ਵੀ ਜਿਹੜੇ ਵੀ ਅੱਜ ਵੀ ਕੁਆਲੀਫਾਈ ਕਰਦੇ ਨੇ ਉਹਨਾਂ ਨੂੰ ਵੀ 2021 ਦੇ ਵਿੱਚ ਵੀ ਚਾਂਸ ਦਿਓ ਵੀ ਉਹ ਪੂਲ ਦੇ ਵਿੱਚ ਪਾਰਟਿਸਿਪੇਟ ਕਰਨ। ਕੰਪੈਟੀਟਿਵ ਜ਼ਰੂਰ ਹੋਊਗਾ, ਪਰ 30,000 ਨੰਬਰ ਵੀ ਬਹੁਤ ਵੱਡਾ। ਸੋ ਇਹ ਪੁਰਾਣੀਆਂ ਫਿਰ ਜਦੋਂ ਡਰਾ ਨਿਕਲੂਗਾ, ਸਿਲੈਕਸ਼ਨ ਹੋਏਗੀ, 60 ਦਿਨਾਂ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਦਾਇਰ ਕਰਨਾ। ਇੱਕ ਸਰਕਾਰ ਨੇ ਪਿਛਲੇ ਸਾਲ ਹੀ ਜਿਹੜੀ ਸਹੂਲਤ ਜਾਂ ਰਾਇਤ ਦਿੱਤੀ ਸੀਗੀ, ਉਹ ਦਿੱਤੀ ਸੀ ਵੀ ਜਿਹੜੇ ਕੋਵਿਡ ਦੇ ਦੌਰਾਨ ਇਨਕਮ ਨਹੀਂ ਬਣਾ ਸਕੇ ਉਹਨਾਂ ਨੂੰ 30% ਘੱਟ ਇਨਕਮ ਚਾਹੀਦੀ ਸੀ ਉਸੇ ਸਾਲ ਦੀ, ਜਿਹੜੀ 2020 ਈਅਰ ਦੀ ਟੈਕਸੇਬਲ ਇਨਕਮ ਹੈ। ਬਟ ਅਦਰਵਾਈਜ਼ ਬਾਕੀ ਹੋਰ ਕੋਈ ਚੇਂਜ ਨਹੀਂ ਹੈਗਾ, ਬਾਕੀ ਸੇਮ ਹੈਗਾ ਹੀ। ਸੋ ਨਵਾਂ ਡਰਾ ਜਿਹੜਾ ਸਰਕਾਰ ਕੱਢੇਗੀ, ਪਰ ਉਹ ਐਗਜ਼ਿਸਟਿੰਗ ਐਪਲੀਕੇਸ਼ਨ ਦੀ ਕੱਢੇਗੀ। ਬਿਲਕੁਲ, ਜਿਵੇਂ ਸਾਨੂੰ ਪਤਾ ਹੈ ਕਿ ਇਹ ਜਿਹੜੀ ਐਪਲੀਕੇਸ਼ਨ ਉਹੀ ਲਗਾ ਸਕਦੇ ਸੀ ਜਾਂ ਸਪਾਊਸ ਸੀ ਜਿਹੜੇ ਉਹੀ ਲਗਾ ਸਕਦੇ ਸੀਗੇ, ਜਿੱਦਾਂ ਜਾਂ ਭਰਾ ਜਾਂ ਭੈਣ ਭਰਾ ਨਹੀਂ ਲਗਾ ਸਕਦੇ ਸੀ। ਇਹ ਜਿਹੀਆਂ ਰਿਕੁਆਇਰਮੈਂਟ ਸੀਗੀਆਂ, ਹੋਰ ਵੀ ਹੈਗੀਆਂ ਸੀ। ਜਿਵੇਂ ਹੁਣ ਤੁਸੀਂ ਦੱਸਿਆ ਕਿ ਸਿਰਫ ਤੇ ਸਿਰਫ 2020 ਦੀ ਜਿਹੜੀ ਇਨਕਮ ਹੈਗੀ ਆ ਉਹ ਘੱਟ ਕੀਤੀ ਗਈ ਹੈ, ਬਾਕੀ ਸਾਰੀਆਂ ਕੰਡੀਸ਼ਨਸ ਸੇਮ ਹੈਗੀਆਂ ਨੇ। ਪਰ ਜੇ ਹੁਣ ਕਿਸੇ ਦਾ ਨੰਬਰ ਆ ਜਾਂਦਾ, ਮੰਨ ਲਓ ਸੈਪਟੰਬਰ ਦੇ ਵਿੱਚ ਆ ਜਾਂਦਾ ਆ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਜਿਹੜੀ ਸਬਮਿਟ ਕਰਨ ਦੇ ਲਈ, ਫਾਈਲ ਸਬਮਿਟ ਕਰਨ ਦੇ ਲਈ ਕਿੰਨਾ ਕੁ ਟਾਈਮ ਉਹਨਾਂ ਦੇ ਕੋਲ ਹੋਊਗਾ? 60 ਡੇਜ਼ ਦੇਗੀ ਸਰਕਾਰ। 60 ਡੇਜ਼ 'ਚ ਉਹਨਾਂ ਨੇ ਸਾਰੇ ਡਾਕੂਮੈਂਟਸ ਇਕੱਠੇ ਕਰਕੇ ਭੇਜਣੇ ਜੀ। ਸੋ 60 ਡੇ ਹੋਣਗੇ, ਪਰ PGP ਪ੍ਰੋਗਰਾਮ ਹੈਗਾ ਜਿਹੜਾ ਉਹ ਸਿਰਫ ਤੇ ਸਿਰਫ ਉਹਨਾਂ ਦੇ ਲਈ ਹੈ। ਪਰ ਜਿਹੜੇ ਹੁਣ ਤੁਸੀਂ ਦੇਖੋ ਮਿਸਟਰ ਖੇੜਾ ਕਿ ਸਾਰੇ ਲੋਕ ਟੈਕਸ ਪੇਅਰ ਹੈਗੇ, ਉਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਟੈਕਸ ਪੇ ਕਰਦੇ ਹਾਂ, ਅਸੀਂ ਇੱਥੇ ਰਹਿੰਦੇ ਹਾਂ ਤੇ ਸਾਡੀਆਂ ਫੈਮਿਲੀਜ਼ ਵੀ ਇੱਥੇ ਆਉਣ। ਪਰ ਹੁਣ ਉਹਨਾਂ ਦਾ ਜਿਨ੍ਹਾਂ ਦਾ ਨੰਬਰ ਨਹੀਂ ਆਇਆ, ਜਾਂ ਜਿਹੜੇ ਸੋਚ ਰਹੇ ਸੀ ਸ਼ਾਇਦ ਸਾਡਾ ਡਰਾ ਦੇ ਵਿੱਚ ਨਾਮ ਹੋਊਗਾ, ਚਲੋ ਇੱਕ ਵਾਰ ਅਸੀਂ ਕਿਊ ਦੇ ਵਿੱਚ ਲੱਗ ਜਾਂਦੇ ਹਾਂ ਤੇ ਸ਼ਾਇਦ ਸਾਡਾ ਨੰਬਰ ਕਿਤੇ ਨਾ ਕਿਤੇ ਤਾਂ ਆਏਗਾ, ਪਰ ਹੁਣ ਉਹਨਾਂ ਦੀਆਂ ਜਿਵੇਂ ਆਸਾਂ ਤੇ ਪਾਣੀ ਤਾਂ ਫਿਰ ਗਿਆ ਹੈ ਕਿ ਅਸੀਂ ਤਾਂ ਲਾਈਨ ਦੇ ਵਿੱਚ ਵੀ ਨਹੀਂ ਲੱਗ ਗਏ। ਪਰ ਉਹਨਾਂ ਦੇ ਲਈ ਕੋਈ ਹੋਰ ਰਾਹ ਹੈਗਾ ਕਿ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਆ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਸਕਦੇ ਆ? ਆਲਟਰਨੇਟ ਜਿਹੜਾ ਆਪਸ਼ਨ ਰੱਖੀ ਹੈ ਸਰਕਾਰ ਨੇ, ਉਹ ਰੱਖੀ ਹੈ ਵੀ ਤੁਸੀਂ ਸੁਪਰ ਵੀਜ਼ਾ ਤੇ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਲਓ। ਸੁਪਰ ਵੀਜ਼ਾ ਵੀ ਕੋਈ 100% ਫੂਲ ਪ੍ਰੂਫ ਪ੍ਰੋਸੈਸ ਨਹੀਂ ਹੈ, ਉਹਦੇ ਵਿੱਚ ਵੀ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ, ਬਟ ਰਿਫਿਊਜ਼ਲ ਰੇਟ ਇਜ਼ ਵੈਰੀ ਮਿਨੀਮਲ। ਬਹੁਤ ਘੱਟ ਰਿਫਿਊਜ਼ ਹੁੰਦੇ ਨੇ ਉਹ ਕੇਸ। ਬਟ ਜਦੋਂ ਪੇਰੈਂਟਸ ਇੱਥੇ ਆ ਜਾਂਦੇ ਨੇ, ਬਟ ਜਿਹੜਾ ਸਪਾਂਸਰ ਜਿਹਨਾਂ ਨੇ ਬੁਲਾਇਆ ਹੋਇਆ, ਜਿਹਨਾਂ ਨੇ ਇਨਵਾਈਟ ਕੀਤਾ ਹੋਇਆ, ਹੋਸਟ ਦੇ ਉੱਤੇ ਬਹੁਤ ਭਾਰ ਪੈਂਦਾ। ਖਾਸ ਕਰਕੇ ਜਿਹੜੀ ਇੰਸ਼ੋਰੈਂਸ ਦੀ ਇੱਕ ਰਿਕੁਆਇਰਮੈਂਟ ਰੱਖੀ ਹੋਈ ਹੈ ਸਰਕਾਰ ਨੇ ਵੀ ਘੱਟੋ ਘੱਟ $1 ਲੱਖ ਦੀ ਤੁਸੀਂ ਇੰਸ਼ੋਰੈਂਸ ਕਵਰੇਜ ਲੈਣੀ ਹੈ। ਉਹ ਜਿਹੜੇ ਏਜ ਦੇ ਹਿਸਾਬ ਨਾਲ ਇਹ ਜਿਹੜੀ ਉਹਦੀ ਜਿਹੜੀ ਪ੍ਰੀਮੀਅਮ ਹੈ ਉਹ ਬਹੁਤ ਵੱਡਾ ਬਣ ਜਾਂਦਾ। ਸੋ ਬਹੁਤ ਇਹੋ ਜਿਹੇ ਇੰਡੀਵਿਜੂਅਲ ਨੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ। ਸੋ ਪ੍ਰੋਸੈਸ ਤਾਂ ਹੈਗਾ, ਪਰ ਉਹ ਅਫੋਰਡੇਬਿਲਿਟੀ ਤੋਂ ਬਾਹਰ ਹੋ ਜਾਂਦਾ। ਸੋ ਇਸੇ ਕਰਕੇ ਕਈ ਵਾਰ ਜਨਰਲ ਵਿਜ਼ਿਟਰ ਵੀਜ਼ਾ ਲੋਕ ਅਪਲਾਈ ਕਰਦੇ ਨੇ। ਬਟ ਹਰੇਕ ਚੀਜ਼ 'ਚ ਐਜ਼ ਆਈ ਸੈਡ, ਜਿਵੇਂ ਸੁਪਰ ਵੀਜ਼ਾ ਇੱਕ ਆਪਸ਼ਨ ਹੈਗੀ ਆ, ਬਟ ਉਹ ਇੱਕ ਪਰਮਾਨੈਂਟ ਆਪਸ਼ਨ ਨਹੀਂ ਹੈ ਵੀ ਤੁਸੀਂ ਪਰਮਾਨੈਂਟਲੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਇੱਥੇ ਰੱਖ ਲਓ। ਹਰ ਸਾਲ, ਹਰ 2 ਸਾਲ ਬਾਅਦ ਜਾਂ 6 ਮਹੀਨੇ ਬਾਅਦ ਜੇ ਤੁਸੀਂ ਉਹ ਐਕਸਟੈਂਸ਼ਨ ਸੀਕ ਕਰ ਰਹੇ ਹੋ ਤਾਂ ਤੁਹਾਨੂੰ ਅਪਲਾਈ ਕਰਨੀ ਪੈਂਦੀ ਹੈ, ਉਹਨਾਂ ਦੀ ਐਕਸਟੈਂਸ਼ਨ ਲੈਣੀ ਪੈਂਦੀ ਹੈ। ਜੀ ਬਿਲਕੁਲ। ਜਿੱਦਾਂ ਮਿਸਟਰ ਖੇੜਾ ਕਿ ਆਪਾਂ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਚੇਂਜਸ ਵੀ ਹੁੰਦੀਆਂ ਰਹਿੰਦੀਆਂ ਨੇ, ਪਰ ਇੱਕ ਚੇਂਜ ਇੱਕ ਵਾਰੀ ਫਿਰ ਤੋਂ ਆਪਾਂ ਰਿਫਰੈਸ਼ ਕਰ ਦਈਏ ਕਿ ਪਹਿਲਾਂ ਜਦੋਂ ਤੁਸੀਂ ਪੇਰੈਂਟਸ ਨੂੰ ਬੁਲਾਉਂਦੇ ਸੀ ਤਾਂ ਇੱਕ ਕਸਟਡੀ ਪੀਰੀਅਡ ਹੁੰਦਾ ਸੀ ਕਿ ਤੁਸੀਂ 10 ਸਾਲ ਉਹਨਾਂ ਦਾ ਜੇ ਧਿਆਨ ਰੱਖਣਾ ਹੁੰਦਾ ਸੀ, ਜਾਂ ਜੋ ਵੀ ਉਹ ਕੁਝ ਕ੍ਰਿਮੀਨਲ ਕਰਦੇ ਆ ਜਾਂ ਕੁਝ ਕਰਦੇ 10, ਸੋ ਉਹ ਪੀਰੀਅਡ ਹੁਣ ਵਧਾ ਦਿੱਤਾ ਗਿਆ, 20 ਸਾਲ ਕਰਤਾ ਹੈ। ਸੋ ਜਿਹੜਾ ਪੀਰੀਅਡ ਆਫ ਅੰਡਰਟੇਕਿੰਗ ਆ, ਬੜਾ ਇੰਟਰਸਟਿੰਗ ਕੁਐਸਚਨ ਹੈ। ਜਿਹੜਾ ਪੀਰੀਅਡ ਆਫ ਅੰਡਰਟੇਕਿੰਗ ਹੈ, ਜਿਵੇਂ ਸਰਕਾਰ ਨੇ ਉਹਨੂੰ ਵਧਾਇਆ ਹੈਗਾ 20 ਇਅਰਸ ਤੱਕ ਉਹ ਅੰਡਰਟੇਕਿੰਗ ਜਿਹੜੀ ਹੈ ਕਰਦੀ ਹੈ ਨਾ। ਉਹਦੇ 'ਚ ਜਿਹੜੀ ਅੰਡਰਟੇਕਿੰਗ ਹੈ, ਮੀਨਿੰਗ ਉਹ ਕਿਸੇ ਕਿਸਮ ਦਾ ਕੋਈ ਬੈਨੀਫਿਟ ਲੈ ਰਹੇ ਨੇ, ਅਵੇਲ ਕਰ ਰਹੇ ਨੇ, ਤਾਂ ਫਿਰ ਉਹ ਤੁਹਾਨੂੰ ਜਿਹੜਾ ਹੈਗਾ ਬੇਸਿਕਲੀ ਐਜ਼ ਅ ਸਪਾਂਸਰ ਤੁਹਾਨੂੰ ਪੇ ਬੈਕ ਕਰਨਾ ਪਊਗਾ।
ਤਾਂ ਤੁਸੀਂ ਕੁਆਲੀਫਾਈ ਕਰੋਗੇ ਜਾਂ ਐਲੀਜੀਬਲ ਸਪਾਂਸਰ ਰਹੋਗੇ ਨੈਕਸਟ ਈਅਰ ਲਈ, ਜਾਂ ਕਿਸੇ ਨੂੰ ਵੀ ਤੁਸੀਂ ਸਪਾਂਸਰਸ਼ਿਪ ਦੇਣੀ ਹੈ। ਅਦਰਵਾਈਜ਼ ਤੁਸੀਂ ਡਿਸਕੁਆਲੀਫਾਈਡ ਸਪਾਂਸਰ ਦੇ ਵਿੱਚ ਆ ਜਾਓਗੇ। ਸੋ ਇਹ ਇੱਕ ਤਾਂ ਬਹੁਤ ਬੜੀ ਸਰਕਾਰ ਨੇ ਬਦਲਾਅ ਕੀਤਾ ਸੀ, ਜਿਹੜਾ ਕਿ ਚੇਂਜ ਕਰਨਾ ਚਾਹੀਦਾ ਸੀ, ਔਰ ਲਿਬਰਲ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਇਹਨੂੰ ਬਦਲਾਂਗੇ, ਬਦਲਿਆ ਨਹੀਂ ਗਿਆ। ਇਸ ਤੋਂ ਇਲਾਵਾ ਜਿਹੜੇ ਡਿਪੈਂਡੈਂਟ ਚਾਈਲਡ ਹੈ, ਉਹ ਵੀ ਇੱਕ ਬਹੁਤ ਬੜਾ ਮੁੱਦਾ ਵੀ ਜਿਹੜੇ ਡਿਪੈਂਡੈਂਟ ਚਾਈਲਡ ਹੈ ਉਹ ਏਜ ਸਪੈਸੀਫਿਕ ਕਰਤੇ, ਮੀਨਿੰਗ ਤੁਸੀਂ ਡਿਪੈਂਡੈਂਸੀ ਤਾਂ 22 ਸਾਲ ਜਿਵੇਂ ਇਹਨਾਂ ਨੇ ਰੱਖੀ ਹੈ, 22 ਸਾਲ ਤੋਂ ਘੱਟ ਜਿਹੜਾ ਉਹ ਡਿਪੈਂਡੈਂਟ ਹੈ। ਬਹੁਤ ਇਹੋ ਜਿਹੇ ਕੇਸਿਸ ਨੇ ਜਿੱਥੇ 22 ਸਾਲ ਤੋਂ ਵੱਧ ਉਮਰ ਹੋ ਜਾਂਦੀ ਹੈ ਬਟ ਚਾਈਲਡ ਫਿਰ ਵੀ ਡਿਪੈਂਡੈਂਟ ਹੁੰਦਾ, ਜਿਵੇਂ ਜਿਹੜੀ ਫਾਈਨੈਂਸ਼ੀਅਲੀ ਸਟੇਬਲ ਨਹੀਂ ਹੁੰਦਾ ਹੈਗਾ, ਇੰਡੀਪੈਂਡੈਂਟਲੀ ਉਹ ਆਪਣੀ ਕੇਅਰ ਨਹੀਂ ਕਰ ਸਕਦਾ, ਸੋ ਉਹ ਸਬਸਟੈਂਸ਼ੀਅਲ ਤੌਰ ਤੇ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਹੁੰਦਾ। ਪਿਛਲੇ ਜਿਵੇਂ ਰੂਲ ਦੇ ਹਿਸਾਬ ਨਾਲ ਡਿਪੈਂਡੈਂਸੀ ਜਿਹੜੀ ਸੀ ਉਹ ਤੁਸੀਂ ਸਾਬਤ ਕਰਨੀ ਪੈਂਦੀ ਸੀ। ਜੇ ਤੁਸੀਂ ਸਾਬਤ ਕਰ ਦਿਓ ਵੀ ਜਿਹੜਾ ਡਿਪੈਂਡੈਂਟ ਚਾਈਲਡ ਹੈ ਈਵਨ 22 ਸਾਲ ਤੋਂ ਉੱਪਰ ਹੋ ਗਿਆ ਪਰ ਸਬਸਟੈਂਸ਼ੀਅਲੀ ਡਿਪੈਂਡੈਂਟ ਹੈ ਤੁਹਾਡੇ ਉੱਤੇ, ਤਾਂ ਉਹਨਾਂ ਨੂੰ ਐਪਲੀਕੇਸ਼ਨ 'ਚ ਇੰਕਲੂਡ ਕੀਤਾ ਜਾ ਸਕਦਾ ਸੀ। ਬਟ ਹੁਣ ਲੌਕ ਇਨ ਡੇਟ ਦੇ ਪੀਰੀਅਡ ਦੇ ਵਿੱਚ ਜੇ ਉਹ 22 ਸਾਲ ਤੋਂ ਇੱਕ ਦਿਨ ਵੀ ਉੱਪਰ ਹੋ ਜਾਂਦੇ ਨੇ ਜਾਂ 22 ਸਾਲ ਜਿਹੜੀ ਹੈ ਟੱਚ ਕਰ ਜਾਂਦੇ ਨੇ, ਕਿਸੇ ਵੀ ਕੰਡੀਸ਼ਨ ਦੇ ਵਿੱਚ ਇੱਕ ਐਗਜ਼ੈਂਪਸ਼ਨ ਹੈਗੀ ਹੈ, ਜਿਹੜੀ ਕਿ ਮੈਡੀਕਲ ਤੌਰ ਤੇ ਜੇ ਉਹ ਅਨਫਿਟ ਹੈਗੇ ਆ ਜਾਂ ਡਿਸੇਬਲ ਹੈ ਔਰ ਉਹ ਡਿਸੇਬਿਲਿਟੀ 22 ਸਾਲ ਦੀ ਉਮਰ ਤੋਂ ਪਹਿਲਾਂ ਦੀ ਹੈ, ਫਿਰ ਤੁਸੀਂ ਉਹਨਾਂ ਨੂੰ ਐਪਲੀਕੇਸ਼ਨ 'ਚ ਇੰਕਲੂਡ ਕਰ ਸਕਦੇ ਹੋ, ਅਦਰਵਾਈਜ਼ ਉਹਨਾਂ ਨੂੰ ਇੰਕਲੂਡ ਨਹੀਂ ਕੀਤਾ ਜਾ ਸਕਦਾ। ਬਿਲਕੁਲ, ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਸੋ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਜੇ ਕਿਸੇ ਹੋਰ ਨੂੰ ਸਪਾਂਸਰ ਕਰਨਾ, ਹੁਣ ਇਹ ਅੰਡਰਟੇਕਿੰਗ ਪੀਰੀਅਡ 20 ਇਅਰਸ ਦਾ, ਸੋ ਉਹਦੇ ਵਿੱਚ ਉਹ ਮਲਟੀਪਲ ਲੋਕਾਂ ਨੂੰ ਸਪਾਂਸਰ ਕਰ ਸਕਦੇ ਆ। ਸੋ ਉਹਦੇ ਲਈ ਵੀ ਟਾਈਮ ਪੀਰੀਅਡ ਹੁੰਦਾ ਕਿਸੇ ਨੂੰ ਕਿ ਇੱਕ ਵਾਰ ਕਿਸੇ ਨੂੰ ਸਪਾਂਸਰਸ਼ਿਪ ਦਿੱਤੀ ਹੈ ਤਾਂ ਕਿੰਨੇ ਟਾਈਮ ਤੱਕ ਦੂਜੀ ਸਪਾਂਸਰਸ਼ਿਪ ਨਹੀਂ ਦੇ ਸਕਦੇ, ਜਾਂ ਫਿਰ ਸਾਈਡ ਬਾਈ ਸਾਈਡ 2-3 ਸਪਾਂਸਰਸ਼ਿਪਸ ਦੇ ਸਕਦੇ ਆ। ਇਹ ਵੀ ਕੁਐਸਚਨ ਹੋ ਸਕਦਾ ਹੈ ਕਿ ਜੇ ਕਿਸੇ ਨੇ ਆਪਣੇ ਪੇਰੈਂਟਸ ਨੂੰ ਵੀ ਬੁਲਾਉਣਾ ਆ, ਜਾਂ ਕਿਸੇ ਜੇ ਹਸਬੈਂਡ ਦੇ ਪੇਰੈਂਟਸ ਨੂੰ ਬੁਲਾਇਆ ਤਾਂ ਵਾਈਫ ਦੇ ਪੇਰੈਂਟਸ ਨੂੰ ਵੀ ਬੁਲਾਉਣਾ, ਸੋ ਉਹਨਾਂ ਦੀ ਸਪਾਂਸਰਸ਼ਿਪ ਨਾਲੋਂ ਨਾਲ ਦਿੱਤੀ ਜਾ ਸਕਦੀ ਹੈ। ਬਿਲਕੁਲ, ਜਿਹੜੀ ਰਾਈਟ ਆਫ ਸਪਾਂਸਰਸ਼ਿਪ ਹੈ ਉਹ ਤੁਹਾਡੇ ਕੋਲ ਬਾਈ ਵਰਚੂ ਆਫ ਰਿਲੇਸ਼ਨਸ਼ਿਪ ਹੈ। ਤੁਸੀਂ ਐਟ ਵਨ ਪੁਆਇੰਟ ਸਾਰੇ ਰਿਲੇਸ਼ਨਸ਼ਿਪ ਨੂੰ ਵੀ ਸਪਾਂਸਰ ਕਰ ਸਕਦੇ ਹੋ, ਜਿਹਦੇ ਵਿੱਚ ਪੇਰੈਂਟਸ, ਗ੍ਰੈਂਡ ਪੇਰੈਂਟਸ, ਤੁਹਾਡੇ ਆਪਣੇ ਪੇਰੈਂਟਸ ਹੋ ਗਏ, ਜਾਂ ਮੈਂ ਸਪਾਊਸ ਦੇ ਵੀ ਪੇਰੈਂਟਸ ਇੰਕਲੂਡ ਕਰ ਲਿਓ ਉਹਦੇ ਵਿੱਚ ਰਿਲੇਸ਼ਨਸ਼ਿਪ ਦੇ ਹਿਸਾਬ ਨਾਲ। ਇਸ ਤੋਂ ਇਲਾਵਾ ਤੁਸੀਂ ਆਪਣੇ ਬ੍ਰਦਰ ਸਿਸਟਰਸ ਨੂੰ ਕਰ ਸਕਦੇ ਹੋ। ਜਿਹੜੇ ਬ੍ਰਦਰ ਸਿਸਟਰ ਇੰਡੀਪੈਂਡੈਂਟਲੀ ਤੁਸੀਂ ਸਪਾਂਸਰ ਕਰੋਗੇ ਤਾਂ ਉਹ ਆਰਫਨ ਹੋਣੇ ਚਾਹੀਦੇ ਨੇ ਜੇ ਇੰਡੀਪੈਂਡੈਂਟ ਕਰ ਰਹੇ ਹੋ, ਅਦਰਵਾਈਜ਼ ਉਹ ਡਿਪੈਂਡੈਂਟ ਚਾਈਲਡ ਦੇ ਤੌਰ ਤੇ ਬ੍ਰਦਰ ਸਿਸਟਰਸ ਆਉਂਦੇ ਆ। ਨੈਫਿਊ ਨੀਜ਼ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਔਰ ਆਰਫਨ ਨੇ। ਸੋ ਇਸ ਤੋਂ ਇਲਾਵਾ ਜਾਂ ਅਬੈਂਡਨ ਚਾਈਲਡ, ਇਹਦੇ ਵਿੱਚ ਇੱਕ ਬੜਾ ਲੰਬਾ ਟੌਪਿਕ ਹੈ। ਜੇ ਅਬੈਂਡਨ ਚਾਈਲਡ ਹੋ ਜੇ ਉਹਨੂੰ ਆਰਫਨ ਕਿਵੇਂ ਤੁਸੀਂ ਇਸ ਕੈਟਾਗਰੀ ਦੇ ਵਿੱਚ ਕਿਵੇਂ ਸਪਾਂਸਰ ਕਰ ਸਕਦੇ ਹੋ, ਨੈਕਸਟ ਟੌਪਿਕ ਜਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਇਹਨੂੰ ਜ਼ਰੂਰ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਤੁਸੀਂ ਅਡਾਪਸ਼ਨ ਦੇ ਥਰੂ ਵੀ ਜਿਹੜੀ ਸਪਾਂਸਰਸ਼ਿਪ ਦੇ ਸਕਦੇ ਹੋ। ਸਪਾਊਸਲ ਸਪਾਂਸਰਸ਼ਿਪ ਹੈ, ਕਾਮਨ ਲਾਅ ਰਿਲੇਸ਼ਨਸ਼ਿਪ ਸਪਾਂਸਰਸ਼ਿਪ ਹੈ, ਇਹ ਵੀ ਤੁਸੀਂ ਸਾਈਮਲਟੇਨੀਅਸਲੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਸਪਾਂਸਰ ਕਰ ਸਕਦੇ ਹੋ ਜਿਹੜਾ ਮੈਂਬਰ ਆਫ ਦ ਫੈਮਿਲੀ ਕਲਾਸ ਨਹੀਂ ਹੈ, ਜਿਹੜਾ ਇਮੀਗ੍ਰੇਸ਼ਨ ਲੈ ਸਕਦਾ, ਤਾਂ ਫਿਰ ਤੁਹਾਡੀ ਸਪਾਂਸਰਸ਼ਿਪ ਬਾਹਰ ਤੁਸੀਂ ਐਕਸਟੈਂਡ ਕਰ ਸਕਦੇ ਹੋ। ਸੋ ਇਹ ਜੇ ਰਿਲੇਸ਼ਨਸ਼ਿਪ ਤੁਸੀਂ ਕੁਆਲੀਫਾਈ ਕਰਦੇ ਹੋ ਬਾਈ ਵਰਚੂ ਆਫ ਰਿਲੇਸ਼ਨਸ਼ਿਪ, ਤੁਸੀਂ ਕਿਸੇ ਨੂੰ ਵੀ ਸਪਾਂਸਰ ਕਰ ਸਕਦੇ ਹੋ ਐ ਸਾਈਮਲਟੇਨੀਅਸਲੀ ਕਰ ਸਕਦੇ ਹੋ। ਨਾਓ ਜਿਹੜਾ ਕੁਐਸਚਨ ਸੀ ਤੁਹਾਡਾ ਵੀ ਜਿਵੇਂ ਇਨ-ਲॉज ਨੂੰ ਤੁਸੀਂ ਸਪਾਂਸਰ ਕਰਨਾ ਕਿਸੇ ਲੜਕਾ ਜਾਂ ਲੜਕੀ ਨੇ, ਜਦੋਂ ਵੀ ਤੁਸੀਂ ਇਨਕਮ ਡਿਪੈਂਡੈਂਟ ਹੁੰਦੀ ਹੈ ਤੁਹਾਡੀ ਐਪਲੀਕੇਸ਼ਨ, ਇਹ ਸਰਟਨ ਐਪਲੀਕੇਸ਼ਨ ਜਿਹੜੀਆਂ ਇਨਕਮ ਡਿਪੈਂਡੈਂਟ ਹੈਗੀਆਂ ਜਿਹਦੇ 'ਚ ਜਿਵੇਂ ਸਪਾਊਸ ਦੀ ਐਪਲੀਕੇਸ਼ਨ ਉਹ ਐਗਜ਼ੈਂਪਟਡ ਹੈ, ਕੋਈ ਇਨਕਮ ਨਹੀਂ ਚਾਹੀਦੀ ਜਦੋਂ ਤੁਸੀਂ ਸਪਾਂਸਰ ਕਰਦੇ ਹੋ। ਪੇਰੈਂਟਸ ਦੀ ਜਿਹੜੀ ਹੈਗੀ ਆ ਉਹ ਬਿਲਕੁਲ ਧਾਰਾ 133(1)(j) ਨੂੰ ਕੰਪਲਾਈ ਕਰਦੀ ਹੋਣੀ ਚਾਹੀਦੀ ਹੈ, ਜਾਣੀ ਕਿ ਇਨਕਮ ਦੀ ਰਿਕੁਆਇਰਮੈਂਟ ਹੈਗੀ ਹੈ। ਸੇਮ ਗ੍ਰੈਂਡ ਪੇਰੈਂਟ ਨੂੰ ਸਪਾਂਸਰ ਕਰ ਰਹੇ ਹੋ, ਇਨਕਮ ਦੀ ਰਿਕੁਆਇਰਮੈਂਟ ਹੈਗੀ ਹੈ। ਜਿੱਥੇ ਵੀ ਇਨਕਮ ਦੀ ਰਿਕੁਆਇਰਮੈਂਟ ਐਪਲੀਕੇਸ਼ਨ ਦੇ ਵਿੱਚ ਹੈਗੀ ਹੈ ਤਾਂ ਤੁਹਾਨੂੰ ਸਾਈਜ਼ ਆਫ ਦ ਫੈਮਿਲੀ ਡਿਫਾਈਨ ਕਰਨਾ ਪੈਂਦਾ। ਸੋ ਜਿੰਨੇ ਵੱਧ ਬੰਦਿਆਂ ਨੂੰ ਤੁਸੀਂ ਸਪਾਂਸਰਸ਼ਿਪ ਐਕਸਟੈਂਡ ਕਰਦੇ ਜਾਓਗੇ, ਪਲੱਸ ਜਿੰਨੇ ਬੰਦਿਆਂ ਦੀ ਤੁਹਾਡੀ ਅੰਡਰਟੇਕਿੰਗ ਪਈ ਹੋਊਗੀ, ਪੈਂਡਿੰਗ ਅੰਡਰਟੇਕਿੰਗ, ਜਿਵੇਂ ਫੋਰ ਐਗਜ਼ਾਮਪਲ ਸਪਾਊਸ ਨੂੰ ਸਪਾਂਸਰ ਕੀਤਾ 3 ਸਾਲ ਲਈ ਤੁਸੀਂ ਅੰਡਰਟੇਕਿੰਗ ਦੇਤੀ, 3 ਸਾਲ ਉਹ ਤੁਹਾਡੇ ਕਾਊਂਟ ਹੋਣਗੇ ਐਜ਼ ਅ ਫੈਮਿਲੀ ਸਾਈਜ਼। ਤੁਸੀਂ ਆਪਣੇ ਪੇਰੈਂਟਸ ਨੂੰ ਸਪਾਂਸਰ ਕਰ ਲਿਆ 20 ਸਾਲ ਮਾਫ ਕਰਨਾ, ਉਹ ਕਾਊਂਟ ਹੋ ਜਾਣਗੇ। ਤੁਸੀਂ ਉਹ ਤੋਂ ਬਾਅਦ ਇਨ-ਲॉज ਨੂੰ ਕਰਨ ਚੱਲੇ ਹੋ ਸਪਾਂਸਰ, ਤਾਂ ਬਿਲਕੁਲ ਉਹ ਜਿਹੜੇ ਪੁਰਾਣੀਆਂ ਸਪਾਂਸਰਸ਼ਿਪਸ ਅੰਡਰਟੇਕਿੰਗ ਪੈਂਡਿੰਗ ਨੇ ਉਹ ਸਾਰੀਆਂ ਕਾਊਂਟ ਹੋਣਗੀਆਂ ਐਗਜ਼ਿਸਟਿੰਗ ਐਪਲੀਕੇਸ਼ਨ ਦੇ ਵਿੱਚ। ਸੋ ਤਾਂ ਕਰਕੇ ਇਹ ਵੀ ਇੱਕ ਕੰਸਲਟੇਸ਼ਨ ਦਾ ਵਿਸ਼ਾ ਹੁੰਦਾ ਵੀ ਜਦੋਂ ਤੁਸੀਂ ਸਪਾਂਸਰਸ਼ਿਪ ਦੇ ਰਹੇ ਹੋ ਕਿ ਸਾਰੀ ਪਰਿਵਾਰ ਨੂੰ ਇੱਕ ਵਾਰ ਸਪਾਂਸਰਸ਼ਿਪ ਦੇਣੀ ਚਾਹੀਦੀ ਹੈ, ਜਾਂ ਇਹ ਸਪਾਂਸਰਸ਼ਿਪ ਜਿਹੜੀ ਹੈ ਪਹਿਲਾਂ ਤੁਸੀਂ ਇੱਕ ਫੈਮਿਲੀ ਨੂੰ ਸਪਾਂਸਰ ਕਰੋ ਫਿਰ ਦੂਜੀ ਨੂੰ ਕਰੋ। ਹਰੇਕ ਦੇ ਬੈਨੀਫਿਟਸ ਤੇ ਨੁਕਸਾਨ ਹੈਗੇ ਆ, ਪਰ ਫਾਇਦਾ ਜ਼ਿਆਦਾ ਹੁੰਦਾ ਵੀ ਜੋ ਤੁਸੀਂ
ਇਕੱਠੇ ਸਪਾਂਸਰਸ਼ਿਪ ਦਿੰਦੇ ਹੋ ਸਾਰਿਆਂ ਨੂੰ, ਉਹ ਬੈਟਰ ਆਪਸ਼ਨ ਹੁੰਦੀ ਹੈ ਇਨ ਲੌਂਗਰ ਰਨ। ਜੀ ਬਹੁਤ ਵਧੀਆ ਇਹ ਇਨਫੋਰਮੇਸ਼ਨ ਹੈਗੀ ਹੈ। ਕਈ ਵਾਰ ਅਸੀਂ ਸੋਚਦੇ ਰਹਿ ਜਾਂਦੇ ਹਾਂ ਕਿ ਸਾਨੂੰ ਇੱਕੋ ਟਾਈਮ ਤੇ ਨਹੀਂ ਕਰਨੀ ਚਾਹੀਦੀ, ਜਾਂ ਅਸੀਂ ਸੋਚਦੇ ਹਾਂ ਚਲੋ ਇਹਨਾਂ ਨੂੰ ਇਸ ਸਾਲ ਕਰ ਦਿੰਦੇ ਆ, ਅਗਲੇ ਸਾਲ ਦੂਜਿਆਂ ਨੂੰ ਸਪਾਂਸਰ ਕਰ ਦਾਂਗੇ। ਸੋ ਇਹ ਵੀ ਕੰਸਲਟੇਸ਼ਨ ਦਾ, ਜਿਵੇਂ ਤੁਸੀਂ ਕਿਹਾ, ਇੱਕ ਟੌਪਿਕ ਹੈਗਾ ਆ। ਸੋ ਚੰਗੇ ਕੰਸਲਟੇਸ਼ਨ ਲੈ ਕੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਫਿਗਰ ਆਊਟ ਕਰ ਸਕਦੇ ਆ। ਹੁਣ ਨਾਲ ਖੇਰਾ ਸਾਹਿਬ ਮੈਨੂੰ ਇਹ ਦੱਸੋ ਕਿ 13,000 ਇੱਕ ਦਿਨ ਦੇ ਵਿੱਚ ਐਪਲੀਕੇਸ਼ਨਸ ਰਿਫਿਊਜ਼ ਹੋਈਆਂ ਨੇ। ਸੋ ਇਹ ਬਹੁਤ ਵੱਡੀ ਖਬਰ ਹੈਗੀ ਆ। ਸੋ ਰਿਫਿਊਜ਼ਲ ਜ਼ਿਆਦਾ ਆ ਰਹੀਆਂ ਨੇ, ਕਿਉਂ ਆ ਰਹੀਆਂ ਨੇ? ਸੀ ਜਿਹੜਾ ਚੰਡੀਗੜ੍ਹ ਵੀਜ਼ਾ ਪੋਸਟ ਹੈ, ਉਹਨਾਂ ਨੇ ਖਾਸ ਕਰਕੇ ਜਿੱਥੋਂ ਪੰਜਾਬ ਤੋਂ ਜ਼ਿਆਦਾ ਲੋਕ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਆ ਜੀ, ਸੋ ਉਹਨਾਂ ਦੀਆਂ 13,000 ਐਪਲੀਕੇਸ਼ਨਾਂ ਇੱਕੋ ਦਿਨ 'ਚ ਜਿਹੜੀਆਂ ਰਿਫਿਊਜ਼ ਕਰਦੀਆਂ। ਸੋ ਦੈਟ ਮੀਨਸ ਜਿਹੜਾ ਰਿਫਿਊਜ਼ਲ ਰੇਟ ਹੈ ਉਹ ਅਲਾਰਮਿੰਗਲੀ ਹਾਈ ਹੈ। ਰਿਫਿਊਜ਼ ਪਹਿਲਾਂ ਵੀ ਹੁੰਦੇ ਸੀ ਐਪਲੀਕੇਸ਼ਨਾਂ, ਪਰ SDS ਪ੍ਰੋਗਰਾਮ ਦੇ ਤਹਿਤ ਇੰਨੀ ਲਾਰਜ ਨੰਬਰ ਆਫ ਐਪਲੀਕੇਸ਼ਨਸ, ਔਰ ਸਪੈਸ਼ਲੀ ਉਹ ਐਪਲੀਕੇਸ਼ਨ ਜਿਹੜੇ ਬੰਦੇ ਕੁਆਲੀਫਾਈਡ ਸੀ ਐਪਲੀਕੈਂਟ, ਸਰਕਾਰ ਨੇ ਇੱਕ ਬੈਂਚਮਾਰਕ ਰੱਖਿਆ ਹੋਇਆ ਵੀ ਸਟੂਡੈਂਟ ਦੀ ਪ੍ਰੋਫੀਸ਼ੀਐਂਸੀ ਲੈਂਗੁਏਜ ਦੀ ਕੀ ਚਾਹੀਦੀ ਹੈ, ਜਿਹੜੀ ਫਾਈਨੈਂਸ਼ੀਅਲ ਕੈਪੈਸਿਟੀ ਹੈ ਉਹਨੂੰ ਪਹਿਲੀ ਸਰਕਾਰ ਨੇ ਬਹੁਤ ਲਿਮਿਟ ਕੀਤਾ ਹੋਇਆ ਵੀ ਤੁਸੀਂ ਸਿਰਫ 10,000 ਦੀ GIC ਦਿਖਾ ਦਿਓ, 1 ਸਾਲ ਦੀ ਫੀਸ ਭਰ ਦਿਓ, ਤੇ ਤੁਹਾਡੇ ਕੋਲ IELTS 6 ਬੈਂਡ ਇਨ ਈਚ ਮੋਡਿਊਲ ਤੁਸੀਂ ਸ਼ੋਅ ਕਰ ਦਿਓ ਵੀ ਤੁਸੀਂ ਪ੍ਰੋਫੀਸ਼ੀਐਂਸੀ ਹੈਗੀ ਹੈ ਤੁਹਾਡੀ ਲੈਂਗੁਏਜ ਦੇ ਵਿੱਚ, ਤਾਂ ਤੁਹਾਨੂੰ ਲਗਭਗ ਸਰਟਨ ਹੁੰਦਾ ਸੀ ਵੀ ਤੁਹਾਨੂੰ ਜਿਹੜਾ ਵੀਜ਼ਾ ਉਹ ਮਿਲ ਜਾਂਦਾ ਸੀ ਸਟੂਡੈਂਟ ਨੂੰ। ਪਰ ਹੁਣ ਚਾਹੇ ਲੋਕਾਂ ਦੇ 7 ਬੈਂਡ ਨੇ ਜਾਂ 8 ਬੈਂਡ ਨੇ, ਫਾਈਨੈਂਸ਼ੀਅਲੀ ਸਟਰੋਂਗ ਨੇ, ਤਾਂ ਉਹਨਾਂ ਦੀ ਸਾਰਿਆਂ ਦੀ ਐਪਲੀਕੇਸ਼ਨ ਇੱਕੋ ਰੱਸੇ ਨਾਲ ਬੰਨ੍ਹ ਕੇ ਸਰਕਾਰ ਨੇ ਰਿਫਿਊਜ਼ ਕਰਤੀਆਂ। ਰੀਜ਼ਨ ਉਹਦਾ ਹੈਗਾ ਵੀ ਸਰਕਾਰ ਨੇ 6 ਹੋਰ ਕੰਟਰੀਜ਼ ਨਾਲ SDS ਪ੍ਰੋਗਰਾਮ ਸਾਈਨ ਕਰ ਲਿਆ। ਸੋ ਇੱਕ ਇੰਟਰਨਲ ਡਿਸੀਜਨ ਹੋ ਸਕਦਾ ਵੀ ਉਹ ਐਡਮਿਨਿਸਟ੍ਰੇਟਿਵਲੀ ਡਿਸਾਈਡ ਕੀਤਾ ਗਿਆ ਹੋਵੇ ਵੀ ਕਿੱਥੋਂ ਐਪਲੀਕੈਂਟ ਆਪਾਂ ਜ਼ਿਆਦਾ ਇਨਕਰੇਜ ਕਰਨੇ ਆ, ਵੀ ਕਿੱਥੋਂ ਲੋਕ ਜ਼ਿਆਦਾ ਆਉਣ ਕੰਟਰੀ ਦੇ ਵਿੱਚ, ਤਾਂ ਕਿ ਜਿਹੜਾ ਮਲਟੀਕਲਚਰਲ ਫੈਬਰਿਕ ਹੈ ਉਹ ਬਣਿਆ ਰਹੇ। ਨਾਓ ਇਹਦੇ 'ਚ ਜਿਹੜੀਆਂ ਐਪਲੀਕੇਸ਼ਨਾਂ ਰਿਫਿਊਜ਼ ਹੋਈਆਂ ਨੇ ਉਹਨਾਂ ਨੂੰ ਬਿਲਕੁਲ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਔਰ ਕੋਰਟ ਦੇ ਵਿੱਚ ਅਪੀਲ ਕਰਨੀ ਚਾਹੀਦੀ ਹੈ। ਨਾਓ ਇਹਦੇ 'ਚ ਮੈਂ ਸੁਣ ਰਿਹਾ ਸੀ ਵੀ ਪਟੀਸ਼ਨਾਂ ਹੋ ਰਹੀਆਂ ਨੇ ਸਾਈਨ ਜਾਂ ਕੁਛ ਇਹੋ ਜਿਹਾ ਹੋ ਰਿਹਾ। ਪਟੀਸ਼ਨ ਸਾਈਨ ਕਰਨ ਨਾਲ ਜਾਂ ਕੁਛ ਮੈਮੋਰੈਂਡਮ ਦੇਣ ਨਾਲ there is no solution। ਜਿਹੜੀ ਦੀ ਲੀਗਲ ਰੈਮੇਡੀ ਹੈ, ਜਿਹੜੀ ਕਿ ਤੁਹਾਨੂੰ ਮਿਲੀ ਹੋਈ ਹੈ, ਜਿਹੜਾ ਤੁਹਾਡੇ ਕੋਲ 60 ਦਿਨ ਸਰਕਾਰ ਤੁਹਾਨੂੰ ਦਿੰਦੀ ਹੈ, ਉਹ ਹੈਗਾ ਵੀ ਤੁਸੀਂ ਰਾਈਟ ਆਫ ਅਪੀਲ ਨੂੰ ਯੂਜ਼ ਕਰੋ। ਤਾਂ ਜੇ ਤੁਸੀਂ ਡਿਸੀਜਨ ਤੋਂ ਖੁਸ਼ ਨਹੀਂ ਤਾਂ ਤੁਸੀਂ ਅਪੀਲ ਕਰੋ, ਤਾਂ ਆਪਣਾ ਟਾਈਮ ਵੇਸਟ ਨਾ ਕਰੋ, ਕਿਉਂਕਿ ਇਹ ਜਿਹੜਾ ਟਾਈਮ ਹੈ ਐਟ ਦਿਸ ਪੁਆਇੰਟ, ਜੇ ਤੁਸੀਂ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ ਤਾਂ ਬਿਲਕੁਲ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਧੱਕਾ ਹੋਊਗਾ। ਸੋ 60 ਡੇ ਹੁੰਦੇ ਆ ਅਪੀਲ ਕਰਨ ਦੇ ਲਈ। ਬਿਲਕੁਲ, ਜਦੋਂ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਇਫ ਯੂ ਆਰ ਫਰੋਮ ਐਪਲੀਕੈਂਟ ਫਰੋਮ ਆਊਟਸਾਈਡ ਕੈਨੇਡਾ, 60 ਡੇਜ਼ ਦੇ ਵਿਦਿਨ ਤੁਸੀਂ ਆਪਣਾ ਜਿਹੜਾ ਅਪੀਲ ਦਾ ਰਾਈਟ ਹੈ ਯੂਜ਼ ਕਰਨਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੋਵਿਡ ਦੇ ਕਰਕੇ ਵੀ, ਜਿਵੇਂ ਤੁਸੀਂ ਕਿਹਾ ਕਿ ਮਲਟੀਪਲ ਕੰਟਰੀਜ਼ ਦੇ ਨਾਲ ਡੀਲ ਹੋਈ ਹੈ, ਸੋ ਉਸੇ ਕਰਕੇ ਵੀ ਕੁਝ ਵੀ ਹੋ ਸਕਦਾ। ਪਰ ਇੱਕ ਦਿਨ ਦੇ ਵਿੱਚ 13,000 ਐਪਲੀਕੇਸ਼ਨ ਰਿਫਿਊਜ਼ ਹੋ ਰਹੀਆਂ ਇੱਕ ਬਹੁਤ ਵੱਡਾ ਹੈ। ਜਿਹੜੇ ਵੇਟ ਕਰ ਰਹੇ ਸੀ ਕਿ ਸਾਡੀ ਵੀਜ਼ਾ ਆਏਗਾ ਜਾਂ ਐਪਲੀਕੇਸ਼ਨ ਅਪਰੂਵ ਹੋਏਗੀ, ਪਰ ਇੱਕੋ ਦਿਨ ਦੇ ਵਿੱਚ ਜਿਹੜਾ ਡਿਫਰੈਂਟ ਹੋ ਰਿਹਾ। ਤੇ ਨਾਲ ਹੁਣ ਜਦੋਂ ਅਸੀਂ ਸਪਾਊਸਲ ਐਪਲੀਕੇਸ਼ਨਸ ਲੱਗਦੀਆਂ ਨੇ, ਪਿਛਲੇ ਸਾਲ ਕੋਵਿਡ ਕਰਕੇ ਉਹ ਹੋਲਡ ਦੇ ਉੱਤੇ ਸੀਗੀਆਂ, ਖਾਸ ਕਰਕੇ ਸਟੂਡੈਂਟਸ ਦੀ ਜੇ ਗੱਲ ਕਰ ਲਈਏ, ਉਹਦਾ ਕੀ ਸਟੇਟਸ ਹੈ? ਜੀ ਲਾਸਟ ਈਅਰ ਐਪਲੀਕੇਸ਼ਨਾਂ ਹੋਲਡ ਰੱਖੀਆਂ, ਖਾਸ ਕਰਕੇ ਜਿਹੜੇ ਸਪਾਊਸਸ ਕੈਨੇਡਾ ਦੇ ਵਿੱਚ ਆਏ ਸੀ ਤੇ ਉਹ ਆਪਣੇ ਜਿਹੜੇ ਸਪਾਂਸਰਡ ਸਪਾਊਸ ਹਨ ਜਿਹੜੇ ਬਾਹਰ ਰਹਿ ਰਹੇ ਨੇ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਸੀ ਨਾ, ਉਹਨਾਂ ਦੀ ਐਪਲੀਕੇਸ਼ਨਾਂ ਕੋਵਿਡ ਕਰਕੇ ਸਰਕਾਰ ਨੇ ਹੋਲਡ ਕੀਤੀਆਂ ਹੋਈਆਂ ਸੀ। ਹੁਣ ਸਰਕਾਰ ਉਹਨਾਂ ਤੇ ਡਿਸੀਜਨ ਦੇ ਰਹੀ ਹੈ ਜੀ। ਸੋ ਜਿਹੜਾ ਅਸੀਂ ਦੇਖ ਰਹੇ ਹਾਂ, ਜਿਵੇਂ ਸਾਡੇ ਕੋਲ ਰਿਫਿਊਜ਼ਲਸ ਇੰਡੀਆ ਤੋਂ ਬਹੁਤ ਆ ਰਹੀਆਂ ਨੇ, ਲੋਕ ਸਾਨੂੰ ਕੰਟੈਕਟ ਕਰਦੇ ਨੇ, ਜਿਵੇਂ ਥੋੜਾ TV ਦੇਖਿਆ ਜਾਂਦਾ ਦੁਨੀਆ ਭਰ ਦੇ ਵਿੱਚ ਲੋਕ ਕੰਟੈਕਟ ਕਰਦੇ ਨੇ, ਕਿਉਂਕਿ ਬਾਹਰ ਜਿਹੜਾ ਬੈਠਾ ਹੈ ਕੈਨੇਡਾ ਤੋਂ, ਉਹਨੂੰ ਆਪਣੇ ਰਾਈਟ ਦਾ ਨਹੀਂ ਪਤਾ ਹੁੰਦਾ ਵੀ ਮੈਂ ਅਪੀਲ ਕਰ ਸਕਦਾ, ਕਿੱਥੇ ਮੈਂ ਅਪੀਲ ਕਰ ਸਕਦਾ। ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਗਈ, ਉਹ ਤੋਂ ਬਾਅਦ ਉਹ ਬਹੁਤ ਸਾਰੀ ਜ਼ਿੰਮੇਵਾਰੀ ਤਾਂ ਜਿਹੜਾ ਆਪਣੀ ਫਰਸਟ੍ਰੇਸ਼ਨ ਹੈ, ਜਿਹੜਾ ਵੀ ਉਹਨੂੰ ਏਜੰਟ ਰਿਪਰੈਜ਼ੈਂਟ ਕਰਦਾ ਉਹਦੇ ਤੇ ਪਾਉਂਦਾ, ਜਾਂ ਫਿਰ ਉਹ ਘਰ ਵਾਪਸ ਚਲਾ ਜਾਂਦਾ ਨਿਰਾਸ਼ ਹੋ ਕੇ ਵੀ ਕੈਨੇਡਾ ਦੀ ਮੈਨੂੰ ਵੀਜ਼ਾ ਨਹੀਂ ਦੇ ਰਿਹਾ। ਤੀਜਾ ਉਹ ਕਹਿੰਦੇ ਵੀ ਅਸੀਂ ਐਪਲੀਕੇਸ਼ਨ ਇਸ ਤਰ੍ਹਾਂ ਲਾਈ ਸੀ, ਹੁਣ ਅਸੀਂ ਚੇਂਜ ਕਰਕੇ ਇਸ ਤਰ੍ਹਾਂ ਫਾਈਲ ਕਰ ਦਿੰਦੇ ਤਾਂ ਹੋ ਸਕਦਾ ਸਾਨੂੰ ਵੀਜ਼ਾ ਮਿਲ ਜੇ। ਸੋ ਬਹੁਤ ਲੋਕ ਵਰਡ ਯੂਜ਼ ਕਰਦੇ ਵੀ ਅਸੀਂ ਟਰਾਈ ਕਰ ਲਈਏ ਵੀਜ਼ਾ ਮਿਲ ਜੇ। ਇਹੋ ਜਿਹਾ ਪਲੀਜ਼ ਨਾ ਕਰਿਆ ਕਰੋ ਵੀ ਟਰਾਈ ਕਰ ਲਈਏ ਵੀਜ਼ਾ ਮਿਲ ਜੇ। ਤੁਸੀਂ ਪਹਿਲਾਂ ਸਮਝਿਆ ਕਰੋ ਵੀ ਕੇਸ ਹੈ ਕੀ ਤੁਹਾਡਾ, ਸਮਝਣ ਤੋਂ ਬਾਅਦ ਹੀ ਉਹ ਕੇਸ ਲਾਇਆ ਕਰੋ। ਜਿਸ ਤਰ੍ਹਾਂ ਤੁਸੀਂ ਹਿੰਦੁਸਤਾਨ ਦੇ ਵਿੱਚ ਆਪਣਾ ਕੇਸ ਦੀ ਪੈਰਵਾਈ ਕਰਦੇ ਹੋ, ਲੜਦੇ ਹੋ, ਸਿਮਿਲਰ ਇਹ ਵੀ ਇੱਕ ਲੀਗਲ ਮੈਟਰ ਹੈ। ਜਦੋਂ ਤੁਹਾਨੂੰ ਕੋਈ ਆਫਿਸ ਮਨਾ ਕਰਦਾ ਕਿਸੇ ਐਪਲੀਕੇਸ਼ਨ ਨੂੰ, ਇਹ ਵੀ ਇੱਕ ਕੈਨੇਡਾ ਦਾ ਸਰਕਾਰੀ ਅਦਾਰਾ ਹੈ, ਜੇ ਮਨਾ ਕਰਦਾ ਤਾਂ ਸਰਕਾਰ ਨੇ ਉਹਨੂੰ ਟਰਾਂਸਪੇਰੈਂਟ ਰੱਖਿਆ ਹੋਇਆ ਤੇ ਸਰਕਾਰ ਨੇ ਤੁਹਾਡੀ ਆਵਾਜ਼ ਸੁਣਨ ਲਈ ਇੱਕ ਫਰਦਰ ਚੈਨਲ ਬਣਾਇਆ ਹੋਇਆ ਜਿੱਥੇ ਤੁਸੀਂ ਚੈਲੰਜ ਕਰਕੇ ਆਪਣੇ ਕੇਸ ਦੀ ਜਿਹੜੀ ਆ ਫੇਅਰ ਡਿਸੀਜਨ ਲੈ ਸਕਦੇ ਹੋ। ਨਾਓ ਜਿਹੜੀਆਂ ਐਪਲੀਕੇਸ਼ਨਸ ਸਟੂਡੈਂਟਸ ਨੇ ਲਾਈਆਂ ਸੀ ਉਹ ਹੋਲਡ ਸੀ, ਪਰ ਹੁਣ ਜਦੋਂ ਸਰਕਾਰ ਨੇ ਖੋਲੀਆਂ ਨੇ, ਮੈਜੋਰਿਟੀ ਆਫ ਸਟੂਡੈਂਟਸ ਜਿਹੜੇ ਨੇ
ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਸਲ ਕਰ ਚੁੱਕੇ ਨੇ ਜਾਂ ਉਹ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਨੇ। ਪੂਰੀ ਕਰਨ ਤੋਂ ਬਾਅਦ ਟ੍ਰਾਂਜੀਸ਼ਨ 'ਚ ਨੇ ਵੀ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਲੈਣ। ਨਾ ਜਿਹੜੀ ਇਹ ਐਗਜ਼ੈਂਪਸ਼ਨ ਦਿੱਤੀ ਗਈ ਹੈ, ਇਹ ਕੋਈ ਸਪਾਂਸਰਸ਼ਿਪ ਨਹੀਂ ਹੈ ਵੀ ਤੁਸੀਂ ਸਪਾਂਸਰ ਕਰ ਰਹੇ ਹੋ ਆਪਣੇ ਸਪਾਊਸ ਨੂੰ। ਇੱਕ ਐਗਜ਼ੈਂਪਸ਼ਨ ਦਿੱਤੀ ਸੀ ਵੀ ਤੁਸੀਂ ਇੱਕ ਤੁਹਾਨੂੰ ਵਰਕ ਪਰਮਿਟ ਤੁਸੀਂ ਲੈ ਸਕਦੇ ਹੋ ਆਪਣੇ ਸਪਾਊਸ ਦਾ। ਇਹ ਐਗਜ਼ੈਂਪਸ਼ਨ ਸੀ C42 ਦੇ ਥੱਲੇ ਆਉਂਦੀ ਹੈ। ਨਾ ਜੇ ਤੁਸੀਂ C42 ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਨੇ ਜਦੋਂ ਤੁਸੀਂ ਐਪਲੀਕੇਸ਼ਨ ਕਰ ਰਹੇ ਹੋ, ਪਲੱਸ ਜਦੋਂ ਡਿਸੀਜਨ ਹੋ ਰਿਹਾ। ਐਪਲੀਕੇਸ਼ਨ ਕਰਨ ਦੌਰਾਨ ਤਾਂ ਬਿਲਕੁਲ ਤੁਸੀਂ ਕੁਆਲੀਫਾਈ ਕਰਦੇ ਸੀ, ਤੁਸੀਂ ਫੁੱਲ ਟਾਈਮ ਸਟੂਡੈਂਟ ਸੀ, 6 ਮਹੀਨੇ ਤੋਂ ਵੱਧ ਤੁਹਾਡਾ ਸਟੱਡੀ ਪਰਮਿਟ ਵੈਲਿਡ ਸੀ, ਤੁਸੀਂ ਐਕਟਿਵਲੀ ਪਰਸਿਊ ਕਰ ਰਹੇ ਸੀ। ਪਰ ਜਦੋਂ ਡਿਸੀਜਨ ਅੱਜ ਹੋ ਰਿਹਾ, ਕਿਉਂਕਿ ਇਹ ਇੱਕ ਬੜਾ ਅਨਪ੍ਰੈਸੀਡੈਂਟਡ ਸਾਰਾ ਸਮਾਂ ਸੀਗਾ, ਸੋ ਇਹਦੇ 'ਚ ਜਿਵੇਂ ਤੁਹਾਨੂੰ ਕੋਈ ਸਰਕਾਰ ਬਰੀਦਰ ਨਹੀਂ ਦੇ ਰਹੀ, ਸਿੰਪਲ ਤੁਹਾਨੂੰ ਰਿਫਿਊਜ਼ਲ ਭੇਜ ਰਹੀ ਹੈ ਔਰ ਰਿਫਿਊਜ਼ਲ ਤੇ ਲਿਖਿਆ ਜਾ ਰਿਹਾ ਵੀ ਤੁਸੀਂ ਪ੍ਰੋਗਰਾਮ ਦੀ ਰਿਕੁਆਇਰਮੈਂਟ ਪੂਰੀ ਨਹੀਂ ਕਰ ਰਹੇ। ਸੋ ਇਹਨਾਂ ਲਈ ਜਿਹੜਾ ਆਲਟਰਨੇਟ ਹੈਗਾ ਉਹ ਹੈਗਾ ਵੀ ਫਟਾਫਟ ਤੁਸੀਂ ਰੀਸਬਮਿਟ ਕਰ ਸਕਦੇ ਹੋ ਐਪਲੀਕੇਸ਼ਨ ਜਾਂ ਅਪਡੇਟ ਕਰ ਸਕਦੇ ਹੋ, ਜਿਹੜੀ ਕਿ ਤੁਸੀਂ C41 ਦੀ ਜਿਹੜੀ ਰੈਮੇਡੀ ਨੂੰ ਯੂਜ਼ ਕਰਨਾ, ਜਿਹਦੇ 'ਚ ਜੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਿਆ ਤਾਂ ਤੁਸੀਂ ਹੁਣ ਵੀ ਸਬਮਿਸ਼ਨ ਲਾ ਸਕਦੇ ਹੋ ਜੇ ਤੁਹਾਡੀ ਐਪਲੀਕੇਸ਼ਨ ਦੇ ਡਿਸੀਜਨ ਨਹੀਂ ਹੋਇਆ। ਅਦਰਵਾਈਜ਼ ਤੁਹਾਡੀ ਜਿਹੜੀ ਸਪਾਊਸ ਦੀ ਉਹ ਐਪਲੀਕੇਸ਼ਨ ਹੈ ਪਰਮਿਟ ਲਈ ਤੁਸੀਂ ਲਾਈ ਹੋਈ ਹੈ ਓਪਨ ਵਰਕ ਪਰਮਿਟ ਦੀ, ਉਹ ਸਰਕਾਰ ਰਿਫਿਊਜ਼ ਕਰੇਗੀ। ਇਹ ਤਾਂ ਮੰਨਣਾ ਪੈਣਾ ਹੈ ਕਿ ਕੋਵਿਡ ਕਰਕੇ ਜਿਹੜੇ ਵੀਜ਼ੇ ਨਹੀਂ ਜਾ ਰਹੇ ਸੀ, ਐਪਲੀਕੇਸ਼ਨਸ ਹੋਲਡ ਤੇ ਸੀਗੀਆਂ, ਪਰ ਹੁਣ ਤੁਹਾਨੂੰ ਜਿਹੜੀ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਿਉਂਕਿ ਤੁਹਾਡਾ ਵੀ ਸਟੇਟਸ ਚੇਂਜ ਹੋ ਗਿਆ ਹੈਗਾ, ਸੋ ਐਪਲੀਕੇਸ਼ਨਸ ਜਿਹੜੀਆਂ ਤੁਹਾਡੀਆਂ ਸਾਲ ਪਹਿਲਾਂ ਦੀਆਂ ਲਗਾਈਆਂ ਸੀ, ਸੋ ਸਾਰਾ ਕੁਝ ਦੇਖ ਕੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਸਾਡੀ ਫਾਈਲ ਦੇ ਵਿੱਚ ਕੀ ਅਪਡੇਟ ਕਰਨ ਵਾਲਾ। ਸ਼ਾਇਦ ਡਿਸੀਜਨ ਤਾਂ ਹੀ ਨਹੀਂ ਆਉਂਦਾ ਪਿਆ ਕਿ ਅਪਡੇਟ ਹੋ ਰਹੀ ਹੈ, ਕਿਉਂਕਿ ਸਟੂਡੈਂਟ ਵੀਜ਼ੇ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਬੈਠੇ ਨੇ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਬੈਠੇ ਨੇ, ਉਹ ਉਡੀਕ ਰਹੇ ਨੇ, ਹਜੇ ਉਹਨਾਂ ਤੇ ਡਿਸੀਜਨ ਨਹੀਂ ਬਣਿਆ। ਪਰ ਡਿਸੀਜਨ ਤੋਂ ਪਹਿਲਾਂ ਉਹਨਾਂ ਨੂੰ ਵੀ ਇੱਕ ਵਾਰੀ ਦੇਖ ਲੈਣਾ ਚਾਹੀਦਾ ਕਿ ਫਾਈਲ ਸਾਡੀ ਕਿੱਥੇ ਖੜੀ ਹੈ, ਕਿਹੜੀਆਂ ਸਾਨੂੰ ਰਿਕੁਆਇਰਮੈਂਟਸ ਚਾਹੀਦੀਆਂ ਨੇ। ਹੁਣ ਸਭ ਤੋਂ ਜ਼ਿਆਦਾ ਇੱਕ ਹੋਰ ਹੈਡਲਾਈਨਸ ਜਿਹੜੀ ਬਣੀ ਹੋਈ ਹੈ ਉਹ ਹੈ ਕਿ ਜਿਹੜੇ ਇੱਥੇ ਸਟੂਡੈਂਟ ਆਏ ਨੇ ਜਿਨ੍ਹਾਂ ਨੇ ਆਪਣੇ ਸਪਾਊਸ ਇੰਡੀਆ ਬੈਠੇ ਸੀਗੇ, ਉਹਨਾਂ ਨੂੰ ਨਹੀਂ ਬੁਲਾਇਆ ਇੱਥੇ, ਤੇ ਫਿਰ ਉਹ ਇਹ ਹੈ ਕਿ ਡਿਪੋਰਟ ਕਰਵਾਉਣ ਦੀਆਂ ਗੱਲਾਂ ਹੋ ਰਹੀਆਂ ਹੈਗੀਆਂ ਨੇ ਕਿ ਇੱਥੇ ਜਿਹੜੇ ਸਟੂਡੈਂਟ ਆ ਗਏ ਉਹਨਾਂ ਨੂੰ ਡਿਪੋਰਟ ਕਰਵਾਇਆ ਜਾਵੇਗਾ। ਸੋ ਮੈਂ ਹਰ ਵਾਰ ਇਹ ਮੇਰਾ ਕੁਐਸਚਨ ਹੁੰਦਾ ਕਿ ਇੰਨਾ ਹੀ ਈਜ਼ੀ ਹੈ ਕਿਸੇ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦੇਣਾ? ਨੋ, ਇੰਨਾ ਈਜ਼ੀ ਨਹੀਂ ਹੁੰਦਾ। ਦੇयर इज ਅ ਪ੍ਰੋਸੈਸ ਟੂ ਇਟ। ਤਾਂ ਇੱਕ ਡਿਪਾਰਟਮੈਂਟ ਹੈ ਜਿਹੜਾ ਇਨਫੋਰਸ ਕਰਦਾ ਹੈ ਸਾਰਾ ਕੁਝ, CBSA, ਉਹਦੀ ਇਹ ਜੌਬ ਹੈ। ਨਾ ਕਿਸੇ ਨੂੰ ਵੀ ਜੇ ਕੈਨੇਡਾ ਤੋਂ ਰਿਮੂਵ ਕਰਾਉਣਾ, ਬੇਸਿਕਲੀ ਰਾਈਟ ਵਰਡ ਹੈਗਾ ਰਿਮੂਵਲ, ਜਿਹੜਾ ਡੈਪੂਟੇਸ਼ਨ ਵਨ ਆਫ ਦ ਕੈਟੇਗਰੀ ਹੈ ਰਿਮੂਵਲ ਦੀ, ਔਰ ਇਹ ਬੜਾ ਜਿਹੜਾ ਵਰਡ ਹੈ ਯੂਜ਼ ਕੀਤਾ ਜਾਂਦਾ, ਕਾਮਨਲੀ ਯੂਜ਼ ਕੀਤਾ ਜਾਂਦਾ, ਪਰ ਇਹਦੀ ਪੈਨਲਟੀ ਬੜੀ ਹਾਰਸ਼ ਹੁੰਦੀ ਹੈ ਜਦੋਂ ਕਿਸੇ ਨੂੰ ਡੈਪੂਟੇਸ਼ਨ ਮਿਲਦੀ ਹੈ। ਉਹ ਹਾਰਸ਼, ਸਭ ਤੋਂ ਹਾਰਸ਼ੈਸਟ ਪੈਨਲਟੀ ਹੈ ਜਿਹੜੀ ਫॉर ਲਾਈਫ ਤੁਹਾਨੂੰ ਬਾਹਰ ਕੀਤਾ ਜਾਂਦਾ ਵੀ ਤੁਸੀਂ ਕੰਟਰੀ ਦੇ ਵਿੱਚ ਬਿਨਾਂ ਆਥਰਾਈਜੇਸ਼ਨ ਟੂ ਰਿਟਰਨ ਅਪਰੂਵ ਕਰਾਏ ਹੋਏ ਐਪਲੀਕੇਸ਼ਨ ਤਾਂ ਤੁਸੀਂ ਐਂਟਰ ਕਰ ਜਾਓ। ਸੋ ਤੁਹਾਨੂੰ ਜਦੋਂ ਵੀ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਤੁਹਾਨੂੰ ਇਹ ਅਪਰੂਵਲ ਲੈਣੀ ਪਊ, ਫਿਰ ਹੀ ਆ ਸਕਦੇ ਹੋ, ਅਦਰਵਾਈਜ਼ ਤੁਸੀਂ ਪਰਮਾਨੈਂਟਲੀ ਬਾਰਡ ਹੁੰਦੇ ਹੋ, ਬੈਨ ਹੁੰਦੇ ਹੋ ਕੰਟਰੀ ਦੇ ਵਿੱਚੋਂ। ਨਾ ਜਿਹੜੇ ਇੰਡੀਵਿਜੂਅਲ ਇਹ ਸੋਚ ਰਹੇ ਆ ਜਾਂ ਬਹੁਤ ਮੀਡੀਆ ਦੇ ਵਿੱਚ ਆ ਰਹੀਆਂ ਨੇ ਵੀ ਡੈਪੂਟੇਸ਼ਨ ਹੈ ਜਾਂ ਡਿਪੋਰਟ ਕਰ ਦਿਓ ਕਿਸੇ ਇੰਡੀਵਿਜੂਅਲ ਨੂੰ, ਫਸਟ ਆਫ ਆਲ ਇਹ ਜਿਹੜੀ ਡਿਸੀਜਨ ਹੈਗਾ ਇਹ ਇੱਕ ਫਾਰਮਲ ਪ੍ਰੋਸੈਸ ਹੈ। ਸਭ ਤੋਂ ਪਹਿਲਾਂ ਤਾਂ ਇਨਵੈਸਟੀਗੇਸ਼ਨ ਸਟਾਰਟ ਹੁੰਦੀ ਹੈ, ਉਸ ਤੋਂ ਬਾਅਦ ਤੁਹਾਡੇ ਖਿਲਾਫ ਰਿਪੋਰਟ ਲਿਖੀ ਜਾਂਦੀ ਹੈ। ਜੇ ਇਨਵੈਸਟੀਗੇਸ਼ਨ 'ਚ ਕੁਝ ਲੱਗਦਾ ਹੈ, ਕੁਝ ਇਨਕਰੀਮੈਂਟਿੰਗ ਹੈਗਾ, ਕੋਈ ਐਵੀਡੈਂਸ ਇਹੋ ਜਿਹਾ ਮਿਲਦਾ ਜਿੱਥੇ ਤੁਸੀਂ ਮਿਸਰਿਪਰੈਜ਼ੈਂਟ ਕੀਤਾ ਸੀ ਜਾਂ ਤੁਸੀਂ ਕੰਡੀਸ਼ਨ ਹੁਣ ਬ੍ਰੀਚ ਕਰ ਗਏ, ਜਿਵੇਂ ਐਜ਼ ਅ ਸਟੂਡੈਂਟ ਜਾਂ ਐਜ਼ ਅ ਵਰਕ ਪਰਮਿਟ ਹੋਲਡਰ ਤੁਹਾਡੀਆਂ ਕੁਝ ਆਬਲੀਗੇਸ਼ਨਸ ਨੇ, ਰਿਸਪੌਂਸਿਬਿਲਿਟੀਜ਼ ਨੇ, ਕੋਈ ਚੀਜ਼ ਤੁਸੀਂ ਉਹਦੇ 'ਚ ਮੀਟ ਨਹੀਂ ਕੀਤੀ ਕੰਡੀਸ਼ਨ, ਤਾਂ ਬਿਲਕੁਲ ਤੁਹਾਨੂੰ ਜਿਹੜਾ ਹੈਗਾ ਪ੍ਰੋਸੈਸ ਇਨੀਸ਼ੀਏਟ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਤੁਹਾਡੇ ਅਗੇਂਸਟ ਕੋਈ ਕ੍ਰਿਮੀਨਲ ਜਿਹੜਾ ਕੇਸ ਹੈ ਇੰਡਾਇਟੇਬਲ ਆਫੈਂਸ ਦੇ ਵਿੱਚ, ਉਹ ਰਜਿਸਟਰ ਹੋ ਜਾਂਦਾ, ਔਰ ਕੱਲਾ ਰਜਿਸਟਰ ਹੀ ਨਹੀਂ ਹੈਗਾ, ਉਹ ਸਾਬਤ ਵੀ ਹੋਣਾ ਚਾਹੀਦਾ ਕੋਰਟ ਦੇ ਵਿੱਚ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਂਦਾ ਵੀ ਜਿਹੜੀ ਇਕੁਅਲੈਂਸੀ ਹੈ ਉਹ ਰੱਖਣੀ ਹੈ ਸਰਕਾਰ ਨੇ ਕਿ ਨਹੀਂ ਰੱਖਣੀ, ਕਿਉਂਕਿ ਜਿਹੜੇ ਫੋਰਨ ਜਿਹੜੇ ਡਿਸੀਜਨਸ ਨੇ ਉਹ ਬਾਈਂਡਿੰਗ ਬਣਦੇ ਨੇ ਕਿ ਨਹੀਂ ਬਣਦੇ ਕੈਨੇਡੀਅਨ ਆਫਿਸਰਸ ਦੇ ਉੱਤੇ। ਉਹ ਬਾਈਂਡਿੰਗ ਤਾਂ ਹੀ ਬਣਦੇ ਨੇ ਜੇ ਉਹ ਪ੍ਰਿੰਸੀਪਲ ਸੇਮ ਨੇ ਲਾਅ ਦੇ, ਐਂਡ ਉਹਦਾ ਜਿਹੜੇ ਆਊਟਕਮ ਨੇ, ਜਿਹੜਾ ਵੀ ਤੁਹਾਨੂੰ ਪਨਿਸ਼ ਕੀਤਾ ਜਾ ਰਿਹਾ ਹੈ, ਕੁਝ ਵੀ ਤੁਹਾਨੂੰ ਸਜ਼ਾ ਮਿਲ ਰਹੀ ਹੈ, ਉਹ ਪ੍ਰਿੰਸੀਪਲਸ ਤੇ ਕੈਨੇਡਾ ਦੇ ਪ੍ਰਿੰਸੀਪਲਸ ਵੀ ਮੈਚ ਕਰਦੇ ਹੋਣੇ ਚਾਹੀਦੇ। ਜੇ ਦੋ ਹੀ ਚੀਜ਼ਾਂ ਮੈਚ ਕਰਦੀ ਨੇ ਫਿਰ ਜਿਹੜਾ ਫੋਰਨ ਲਾਅ ਹੈਗਾ ਉਹ ਬਾਈਂਡਿੰਗ ਬਣ ਜਾਂਦਾ ਇੱਥੋਂ। ਅਦਰਵਾਈਜ਼ ਕਈ ਇਹੋ ਜਿਹੇ ਡਿਸੀਜਨ ਨੇ ਜਿਹੜੇ ਕਿਸੇ ਕੰਟਰੀ ਦੇ ਵਿੱਚ ਉਹ ਸੀਰੀਅਸ ਆਫੈਂਸ ਹੈ, ਕੈਨੇਡਾ 'ਚੋਂ ਨਹੀਂ ਹੈ, ਸੋ ਇਕੁਅਲੈਂਸੀ 'ਚ ਉਹ ਜਿਹੜਾ ਟੈਸਟ ਹੈ ਫੇਲ ਹੋ ਜਾਂਦਾ। ਸੋ ਇਹ ਜੇ ਕੰਡੀਸ਼ਨਸ ਪੂਰੀਆਂ ਹੁੰਦੀਆਂ ਨੇ ਫਿਰ ਹੀ ਜਿਹੜੀ ਡੈਪੂਟੇਸ਼ਨ ਦਾ ਪ੍ਰੋਸੈਸ ਸਟਾਰਟ ਹੁੰਦਾ। ਬਟ ਇਹ ਵੀ ਇੱਕ ਮਲਟੀ ਲੇਅਰਡ ਪ੍ਰੋਸੈਸ ਹੈ, ਇੰਡੀਵਿਜੂਅਲ ਕੋਲ ਵੀ
ਲੀਗਲ ਐਵਨਿਊਜ਼ ਹੈਗੇ ਆ, ਲੀਗਲ ਰੈਮੀਡੀਜ਼ ਹੈਗੇ ਆ ਆਪਦੇ ਆਪ ਨੂੰ ਡਿਫੈਂਡ ਕਰਨ ਦੇ ਲਈ। ਸੋ ਕੱਲਾ ਇਹ ਨਹੀਂ ਹੈਗਾ ਵੀ ਕਿਸੇ ਨੇ ਡਿਪੋਰਟ ਕਹਿਤਾ ਜਾਂ ਕਿਸੇ ਨੂੰ ਰਿਕੁਐਸਟ ਕਰਤਾ ਜਾਂ ਪੋਲੀਟੀਸ਼ੀਅਨ ਨੂੰ ਰਿਕੁਐਸਟ ਕਰਤਾ, ਕਿਉਂਕਿ ਆਮ ਜਿਹੜੀ ਧਾਰਨਾ ਇੰਡੀਆ ਦੇ ਵਿੱਚ ਇਹ ਬਣੀ ਹੋਈ ਹੈ ਵੀ ਪੋਲੀਟੀਸ਼ੀਅਨ ਜਿਹੜਾ ਕਹਿ ਦਿੰਦਾ ਫਾਈਨਲ ਡਿਸੀਜਨ ਉਹ ਹੁੰਦਾ, ਬਟ ਕੈਨੇਡਾ ਇੱਕ ਡਿਫਰੈਂਟ ਮੁਲਕ ਹੈ, ਇੱਥੇ ਜਿਹੜਾ ਸਿਸਟਮ ਡਿਫਰੈਂਟਲੀ ਵਰਕ ਕਰਦਾ ਹੈ। ਔਰ ਜਿਹੜਾ ਲਾਅ ਹੈਗਾ ਉਹ ਆਪਣਾ ਇੱਕ ਸੈਪਰੇਟ, ਜਿਵੇਂ ਕੋਈ ਇੰਡੀਵਿਜੂਅਲ ਨੂੰ ਇਨਫਲੂਐਂਸ ਨਹੀਂ ਕਰ ਸਕਦਾ ਜਾਂ ਇੰਡੀਵਿਜੂਅਲ ਨੂੰ ਗਵਰਨ ਨਹੀਂ ਕਰ ਸਕਦਾ ਵੀ ਮੈਂ ਚਾਹੁੰਦਾ ਇੰਡੀਵਿਜੂਅਲ ਇੱਥੇ ਨਹੀਂ ਹੋਣਾ ਚਾਹੀਦਾ ਤੇ ਕੱਲ ਉਹਨੂੰ ਜਹਾਜ਼ ਚੜਾ ਦਿਓ, ਇਹੋ ਜਿਹਾ ਕੋਈ ਪ੍ਰੋਸੈਸ ਨਹੀਂ ਹੈ। ਬਿਲਕੁਲ, ਪਰ ਇੱਥੇ ਇਹ ਸਮਝਣ ਵਾਲੀ ਗੱਲ ਹੈ, ਪਰ ਜੇ ਤੁਸੀਂ ਸੀਰੀਅਸ ਕੋਈ ਆਫੈਂਸ ਕੀਤਾ ਆ, ਜੇ ਕੀਤਾ ਹੈ ਤੁਸੀਂ ਗਲਤ ਕੀਤਾ ਹੈ, ਤਾਂ ਬਿਲਕੁਲ ਤੁਸੀਂ ਇੱਥੋਂ ਜਾ ਵੀ ਸਕਦੇ ਆ, ਰਿਮੂਵਲ ਜਿਹੜੇ ਆਰਡਰਸ ਹੋ ਸਕਦੇ ਆ। ਸੋ ਇਹ ਨਹੀਂ ਕਿ ਜੇ ਤੁਸੀਂ ਇੱਥੇ ਆ ਗਏ ਤਾਂ ਤੁਸੀਂ ਇੱਥੇ ਪਰਮਾਨੈਂਟ ਹੀ ਹੋ, ਜੇ ਤੁਸੀਂ ਕੁਝ ਗਲਤ ਕੀਤਾ ਤਾਂ ਤੁਹਾਨੂੰ ਵਾਪਸ ਜਿਹੜਾ ਉਹ ਭੇਜ ਦਿੱਤਾ ਜਾਏਗਾ। ਪਰ ਹੁਣ ਬਾਕੀ ਜਿਹੜੀ ਆ, ਜਦੋਂ ਅਸੀਂ ਕਹਿੰਦੇ ਆ ਕਿ ਇੱਥੇ ਜੇ ਕੋਈ ਆ ਰਿਹਾ ਆਪਣੇ ਫਿਊਚਰ ਦੇ ਲਈ ਆ ਰਿਹਾ, ਆਪਣੇ ਗੁੱਡ ਫਿਊਚਰ ਦੇ ਲਈ ਆ ਰਿਹਾ, ਪਰ ਉਹਨੂੰ ਜੇ ਲੱਗਦਾ ਕਿ ਮੇਰੀ ਫਾਈਲ ਰਿਫਿਊਜ਼ ਹੋ ਸਕਦੀ ਹੈ ਜਾਂ ਲੱਗਦਾ ਹੈ ਕਿ ਮੈਨੂੰ ਕੰਸਲਟੇਸ਼ਨ ਦੀ ਜ਼ਰੂਰਤ ਹੈਗੀ ਹੈ, ਬਿਲਕੁਲ ਤੁਹਾਡੇ ਤੱਕ ਪਹੁੰਚ ਕਰ ਸਕਦਾ ਹੈ। ਸੋ ਅੱਜ ਪ੍ਰੋਗਰਾਮ ਦੇ ਵਿੱਚ ਕੀ ਮੈਸੇਜ ਹੋਏਗਾ ਤੁਹਾਡਾ ਵਿਊਅਰਸ ਨੂੰ? ਜੀ, ਵਿਊਅਰਸ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਦੋਂ ਵੀ ਤੁਸੀਂ ਕੋਈ ਇਮੀਗ੍ਰੇਸ਼ਨ ਐਪਲੀਕੇਸ਼ਨ ਫਾਈਲ ਕਰਦੇ ਹੋ, ਪਲੀਜ਼ ਇਹ ਸਮਝਿਆ ਨਾ ਕਰੋ ਵੀ ਵੀਜ਼ਾ ਆਫਿਸਰ ਦਾ ਡਿਸੀਜਨ ਹੈ, ਫਾਈਨਲ ਡਿਸੀਜਨ ਹੈ ਜੀ। ਸਭ ਤੋਂ ਪਹਿਲਾਂ ਐਪਲੀਕੇਸ਼ਨ ਲਾਉਣ ਸਮੇਂ ਥੋੜਾ ਚੌਕਸ ਰਿਹਾ ਕਰੋ। ਪਲੀਜ਼ ਤੁਸੀਂ ਐਪਲੀਕੇਸ਼ਨ ਪੜ੍ਹਿਆ ਕਰੋ ਬਿਫੋਰ ਯੂ ਸਾਈਨ। ਬਹੁਤ ਇਹੋ ਜਿਹੇ ਕੇਸ ਨੇ ਜਿਹੜੇ ਮਿਸਰਿਪਰੈਜ਼ੈਂਟੇਸ਼ਨ 'ਚ ਆ ਜਾਂਦੇ ਨੇ ਔਰ ਇਹ ਪਲੀ ਲਈ ਜਾਂਦੀ ਹੈ ਵੀ ਇਨੋਸੈਂਟ ਮਿਸਰਿਪਰੈਜ਼ੈਂਟੇਸ਼ਨ ਹੈ ਜਾਂ ਇਹ ਇਨਡਾਇਰੈਕਟ ਮਿਸਰਿਪਰੈਜ਼ੈਂਟੇਸ਼ਨ ਹੈ, ਮੈਂ ਇਨਫੋਰਮੇਸ਼ਨ ਨਹੀਂ ਦਿੱਤੀ ਸੀ, ਜਾਂ ਜਿਵੇਂ ਬਹੁਤ ਇਹੋ ਜਿਹੇ ਰੀਜ਼ਨ ਲੈ ਜਾਂਦੇ ਆ। ਇਹੋ ਜਿਹਾ ਕੋਈ ਪਲੀ ਨਹੀਂ ਹੈ। ਜਦੋਂ ਵੀ ਤੁਸੀਂ ਐਪਲੀਕੇਸ਼ਨ ਸਾਈਨ ਕਰਦੇ ਹੋ, ਪਲੀਜ਼ ਸਾਰੀ ਐਪਲੀਕੇਸ਼ਨ ਪੜ੍ਹ ਕੇ ਫਿਰ ਸਾਈਨ ਕਰਿਆ ਕਰੋ। ਔਰ ਜੇ ਤੁਹਾਨੂੰ ਕੋਈ ਡਾਊਟ ਲੱਗਦਾ ਤਾਂ ਬਿਲਕੁਲ ਸਾਈਨ ਨਾ ਕਰਿਆ ਕਰੋ। ਉਸ ਤੋਂ ਇਲਾਵਾ ਜਿਹੜੀ ਐਪਲੀਕੇਸ਼ਨ ਤੁਸੀਂ ਸਬਮਿਟ ਕਰਦੇ ਉਹਦੀ ਕਾਪੀ ਆਪਦੇ ਕੋਲ ਰੱਖਿਆ ਕਰੋ। ਔਰ ਥਰਡ, ਜੇ ਐਪਲੀਕੇਸ਼ਨ ਨਾ ਮਨਜ਼ੂਰ ਹੋ ਜਾਂਦੀ ਹੈ, ਪਲੀਜ਼ ਇੱਕ ਕੰਪੀਟੈਂਟ ਐਡਵਾਈਸ ਲਿਆ ਕਰੋ। ਔਰ ਜੇ ਅਪੀਲ ਦੀ ਜ਼ਰੂਰਤ ਹੈ, ਅਪੀਲ ਤੁਹਾਡੀ ਬਣਦੀ ਹੈ ਤੇ ਤੁਹਾਡੇ ਨਾਲ ਧੱਕਾ ਹੋਇਆ, ਬਿਲਕੁਲ ਉਹਦੀ ਅਪੀਲ ਫਾਈਲ ਕਰਿਆ ਕਰੋ। ਜੀ ਬਿਲਕੁਲ। ਸੋ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ ਹੋ ਤੇ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਹੋਵੇਗੀ ਜਦੋਂ ਵੀ ਕੋਈ ਨਵਾਂ ਟੌਪਿਕ ਜਾਂ ਨਵੀਂ ਕੋਈ ਐਪਲੀਕੇਸ਼ਨਸ ਖੁੱਲਣਗੀਆਂ। ਪਰ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਮਿਸਟਰ ਖੇੜਾ ਦੇ ਨਾਲ ਅੱਜ ਗੱਲ ਹੋਈ ਕਿ ਕੈਨੇਡਾ ਰੂਲਸ ਐਂਡ ਰੈਗੂਲੇਸ਼ਨ ਵਾਲੀ ਕੰਟਰੀ ਹੈਗੀ ਹੈ। ਸੋ ਤੁਸੀਂ ਰੂਲਸ ਦੇ ਮੁਤਾਬਿਕ ਕੋਈ ਕੰਮ ਕਰ ਰਹੇ ਹੋ, ਰੈਗੂਲੇਸ਼ਨਸ ਨੂੰ ਫੋਲੋ ਕਰਕੇ ਕੰਮ ਕਰ ਰਹੇ ਹੋ, ਫਾਈਲਸ ਲਗਾ ਰਹੇ ਹੋ, ਐਪਲੀਕੇਸ਼ਨ ਸਬਮਿਟ ਕਰ ਰਹੇ ਹੋ, ਤਾਂ ਤੁਹਾਡੀ ਫਾਈਲ ਜਿਹੜੀ ਆ ਉਹ ਜ਼ਰੂਰ ਹੀ ਅਪਰੂਵਲ ਹੋਵੇਗੀ। ਪਰ ਜੇ ਕਈ ਵਾਰੀ ਲਾਅ ਬਦਲ ਜਾਂਦੇ ਨੇ ਜਾਂ ਕਈ ਵਾਰੀ ਤੁਹਾਡੀ ਫਾਈਲ ਅਪਡੇਟ ਕਰਨ ਵਾਲੀ ਹੁੰਦੀ ਹੈ, ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੀ ਫਾਈਲ ਜਿਹਦੇ ਨਾਲ ਰਿਜੈਕਟ ਹੋ ਸਕਦੀ ਹੈ ਜਾਂ ਜਿਹਦੇ ਨਾਲ ਰਿਜੈਕਸ਼ਨ ਲੱਗ ਗਈ। ਪਰ ਜੇ ਲੱਗ ਗਈ ਉਸ ਤੋਂ ਬਾਅਦ ਵੀ ਵੇ ਹੈਗੇ ਆ, ਜਿਵੇਂ ਮਿਸਟਰ ਖੇੜਾ ਨੇ ਦੱਸਿਆ। ਪਰ ਜੇ ਤੁਸੀਂ ਉਹਨਾਂ ਕੇਸਿਸ ਦੇ ਵਿੱਚ ਆਉਂਦੇ ਹੋ ਜਾਂ ਅਜੇ ਸੋਚ ਹੀ ਰਹੇ ਹੋ, ਕੰਸਲਟੇਸ਼ਨ ਦੀ ਜ਼ਰੂਰਤ ਹੈ, CWC ਨਾਲ ਤੁਸੀਂ ਕੰਸਲਟ ਕਰ ਸਕਦੇ ਹੋ। ਇਹਨਾਂ ਦੇ ਨੰਬਰ ਸਾਡੀ ਸਕਰੀਨ ਦੇ ਉੱਤੇ ਆ ਰਹੇ ਨੇ, ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ, ਇਹਨਾਂ ਨੂੰ ਈਮੇਲ ਕਰ ਸਕਦੇ ਹੋ ਤੇ ਇਹਨਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ। ਤੇ ਇਨਫੋਰਮੇਸ਼ਨ ਦੇ ਰਿਗਾਰਡਿੰਗ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।